करत अनेक बिलास, चाहत दुष्टन करन विनाश। सतगुर किरपा निधान जी। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਧੰਨ ਧੰਨ ਸੱਚੇ ਪਾਤਸ਼ਾਹ, ਮੁਕਤ ਭੁਗਤ ਜੁਗਤ ਦੇ ਦਾਤੇ ਸਤਿਗੁਰੂ, ਅੰਤਰਜਾਮੀ ਸੁਖ ਨਿਧਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਆਪਾਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਸਰਵਣ ਕਰ ਰਹੇ ਸੀਗੇ। ਗੁਰ ਪੂਰੈ ਮੇਰੀ ਰਾਖ ਲਈ, ਨਿਵਰੈ ਦੂਤ ਦੁਸ਼ਟ ਬੈਰਾਈ, ਜਨਮ ਜਨਮ ਕੀ ਮੈਲ ਗਈ। ਜਦੋਂ ਕੋਈ ਰੱਬ ਦਾ ਪਿਆਰਾ ਭਗਤੀ ਕਰਦਾ ਨਾ ਜੀ, ਗੁਰੂ ਜੀ ਨਾਲ ਪਿਆਰ ਕਰਦਾ, ਫਿਰ ਗੁਰੂ ਜੀ ਉਹਦੀ ਰੱਖਦੇ ਆ ਜੀ, ਫਿਰ ਮਹਾਰਾਜ ਉਹਦੀ ਇੱਜ਼ਤ ਰੱਖ ਲੈਂਦੇ ਜੀ। ਉਹ ਰੱਬ ਦੇ ਪਿਆਰੇ ਕਹਿ ਸਕਦੇ ਆ ਵੀ ਮੇਰੀ ਪੂਰੇ ਗੁਰੂ ਨੇ ਇੱਜ਼ਤ ਰੱਖ ਲਈ ਜੀ। ਇਸ ਪੰਕਤੀ ਦਾ ਬੜਾ ਵੱਡਾ ਪ੍ਰਕਰਣ ਹੈ ਗੁਰਮੁਖੋ। ਆਖੋ ਪ੍ਰੇਮ ਨਾਲ ਵਾਹਿਗੁਰੂ। ਪਹਿਲਾਂ ਪੰਕਤੀ ਪੜੋ। ਗੁਰ ਪੂਰੈ ਮੇਰੀ ਰਾਖ ਲਈ, ਗੁਰ ਪੂਰੈ ਮੇਰੀ ਰਾਖ ਲਈ। ਜਪੋ ਗੁਰ ਪੂਰੈ ਮੇਰੀ ਲਈ, ਗੁਰ ਪੂਰੈ ਮੇਰੀ ਰਾਖ ਲਈ, ਗੁਰ ਪੂਰੈ ਮੇਰੀ ਰਾਖ ਲਈ, ਗੁਰ ਪੂਰੈ ਮੇਰੀ ਰਾਖ ਲਈ। ਜਪੋ ਰਾਖ, ਗੁਰ ਪੂਰੈ ਮੇਰੀ ਇੱਜ਼ਤ ਰੱਖ ਲਈ ਜੀ। ਇੱਜ਼ਤਾਂ ਵੀ ਬੜੇ ਤਰ੍ਹਾਂ ਦੀਆਂ ਨੇ ਜੀ। ਇੱਕ ਦੁਨੀਆ ਦੇ ਵਿੱਚ ਇੱਜ਼ਤ ਬਣ ਜਾਣੀ ਜੀ। ਹਰ ਬੰਦਾ ਚਾਹੁੰਦਾ ਜੀ ਸੰਸਾਰ ਵਿੱਚ ਮੇਰੀ ਇੱਜ਼ਤ ਬਣੇ, ਮੇਰੀ ਸ਼ੋਭਾ ਹੋਵੇ ਜੀ। ਲਗਭਗ ਜਿੰਨੇ ਪੁਰਸ਼ ਮਿਲਦੇ ਆ, ਕਿਸੇ ਦੀ ਇਹ ਇੱਛਾ ਨਹੀਂ ਹੋਏਗੀ ਵੀ ਮੇਰੀ ਬੇਇੱਜ਼ਤੀ ਹੋਵੇ ਜੀ। ਹਰ ਬੰਦਾ ਇੱਜ਼ਤ ਚਾਹੁੰਦਾ ਜੀ। ਦੁਨੀਆ ਵਿੱਚ ਇੱਜ਼ਤ ਰੱਖ ਲੈਂਦੇ ਗੁਰੂ ਜੀ। ਇੱਕ ਆਪਣੀਆਂ ਨਿਗਾਹ ਦੇ ਵਿੱਚ ਵੀ ਬੰਦੇ ਦੀ ਆਪਣੀ ਇੱਜ਼ਤ ਹੁੰਦੀ ਜੀ, ਆਪਣੀ ਨਿਗਾਹ ਵਿੱਚ ਜੀ। ਕਈ ਵਾਰੀ ਬਾਹਰ ਦੇ ਲੋਕ ਬੰਦੇ ਦੀ ਬੜੀ ਇੱਜ਼ਤ ਕਰਦੇ ਆ, ਪਰ ਬੰਦੇ ਨੂੰ ਆਪ ਪਤਾ ਹੁੰਦਾ ਵੀ ਮੈਂ ਅੰਦਰੋਂ ਕੱਖ ਨਹੀਂ ਹੈਗਾ। ਮੈਂ ਕਾਮੀ ਵੀ ਹਾਂ, ਮੈਂ ਕ੍ਰੋਧੀ ਵੀ ਹਾਂ, ਮੈਂ ਲੋਭੀ ਵੀ ਹਾਂ, ਮੈਂ ਲੁੱਕ ਲੁੱਕ ਕੇ ਪਾਪ ਵੀ ਕਰਦਾ ਜੀ।
ਇਹ ਬੜਾ ਵੱਡਾ ਔਗੁਣ ਹੈਗਾ ਸੰਗਤ ਜੀ। ਬਹੁਤ ਸਾਰੇ ਰੱਬ ਨੂੰ ਮੰਨਣ ਵਾਲੇ ਬੰਦੇ ਜਿਹੜੇ ਆ ਨਾ ਜੀ, ਉਹ ਲੁੱਕ ਛਿਪ ਕੇ ਗਲਤੀ ਕਰ ਲੈਂਦੇ ਜੀ, ਹੋ ਜਾਂਦੀ ਉਹਨਾਂ ਕੋਲੋਂ ਜੀ। ਪਰ ਗੁਰੂ ਸਾਹਿਬ ਜਦੋਂ ਕਿਸੇ ਤੇ ਕਿਰਪਾ ਕਰਦੇ ਆ ਨਾ ਜੀ, ਫਿਰ ਗੁਰੂ ਸਾਹਿਬ ਇਸ ਪਾਸੋਂ ਵੀ ਬੰਦੇ ਨੂੰ ਬਚਾ ਲੈਂਦੇ ਜੀ। ਜਦੋਂ ਫਿਰ ਇਸ ਪਾਸੋਂ ਵੀ ਬੰਦੇ ਨੂੰ ਬਚਾ ਲੈਂਦੇ ਆ ਨਾ ਜੀ, ਫਿਰ ਬੰਦੇ ਦੇ ਅੰਦਰੋਂ ਸ਼ੁਕਰ ਪੈਦਾ ਹੁੰਦਾ ਵੀ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਜੀ। ਜਿੱਥੇ ਬਾਹਰ ਦੀ ਦੁਨੀਆ 'ਚ ਇੱਜ਼ਤ ਦਵਾਈ ਹੈ, ਆਪਣੀ ਨਿਗਾਹ ਵਿੱਚ ਵੀ ਬੰਦੇ ਦੇ ਅੰਦਰ ਆਤਮ ਸਨਮਾਨ ਹੁੰਦਾ ਵੀ ਗੁਰੂ ਸਾਹਿਬ ਨੇ ਮੈਨੂੰ ਮਾੜੇ ਪਾਸਿਓਂ ਬਚਾ ਲਿਆ ਜੀ। ਕਿਉਂ ਨਿਵਰੈ ਦੂਤ ਦੁਸ਼ਟ ਬੈਰਾਈ, ਜਨਮ ਜਨਮ ਕੀ ਮੈਲ ਗਈ। ਵਿੱਚ ਮਹਾਰਾਜ ਕਹਿੰਦੇ ਗੁਰ ਪੂਰੇ ਕਾ ਜਪਿਆ ਜਾਪ। ਕਦੋਂ ਜੀ? ਜਦੋਂ ਪੂਰੇ ਗੁਰੂ ਦਾ ਬਖਸ਼ਿਆ ਗੁਰਮੰਤਰ ਬੰਦਾ ਜਪਦਾ। ਇਸ ਕਰਕੇ ਪਿਆਰ ਨਾਲ ਜਪਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਕੋਈ ਖਿਆਲ ਤੁਹਾਨੂੰ ਬਹੁਤਾ ਤੰਗ ਕਰਦਾ, ਮੂਲ ਮੰਤਰ ਕਰਕੇ ਗੁਰਮੰਤਰ ਕਰਕੇ ਅਰਦਾਸ ਕਰੀ ਚੱਲਿਆ ਕਰੋ, ਸੱਚੇ ਪਾਤਸ਼ਾਹ ਮੈਨੂੰ ਬਚਾ ਲਓ। ਸੋ ਆਪ ਜੀ ਨੇ ਗੁਰਬਾਣੀ ਜੀ ਦਾ ਕੀਰਤਨ ਸਰਵਣ ਕੀਤਾ। ਹੁਣ ਲੜੀਵਾਰ ਕਥਾ ਆਪਾਂ ਨੇ ਪਿਆਰ ਨਾਲ ਸਰਵਣ ਕਰਨੀ ਹੈ, ਇਕਾਗਰਤਾ ਵੀ ਬਣਾਉਣੀ ਹੈ, ਇੱਕ ਦੂਜੇ ਨੂੰ ਬੋਲਣ ਤੋਂ ਵੀ ਰੋਕਣਾ, ਬਾਹਰ ਵਾਲਿਆਂ ਨੇ ਵੀ ਅੰਦਰ ਵਾਲਿਆਂ ਨੇ ਵੀ, ਕਿਉਂਕਿ ਗੇਟ ਨਾ ਹੋਣ ਕਰਕੇ ਆਵਾਜ਼ ਦਾ ਰੌਲਾ ਰੱਪਾ ਜਿਹੜਾ ਉਹ ਮਾਹੌਲ 'ਚ ਜ਼ਿਆਦਾ ਆਉਣਾ ਜੀ। ਕਥਾ ਜਿਹੜੀ ਨਾ ਕੋਈ ਲਾਗੇ ਆਵਾਜ਼ ਨਾ ਆਉਂਦੀ ਹੋਵੇ ਤੇ ਫਿਰ ਜ਼ਿਆਦਾ ਗੱਲ ਬਣਦੀ ਜੀ, ਧਿਆਨ ਜ਼ਿਆਦਾ ਟਿਕਦਾ ਜੀ। ਮਹਾਰਾਜ ਜੀ ਨੇ ਹੋਲੇ ਮਹੱਲੇ ਦਾ ਮੇਲਾ ਕੀਤਾ ਜੀ, ਉਹ ਕਥਾ ਤੁਸੀਂ ਸੁਣੀ। ਹੁਣ ਇਹਦੇ ਤੋਂ ਅੱਗੇ ਕਥਾ ਚੱਲੋ ਜੀ, ਉਹ ਕਥਾ ਹੁਣ ਆਪਾਂ ਪਿਆਰ ਨਾਲ ਸੁਣਨੀ ਹੈ, ਬਹੁਤ ਪ੍ਰੇਮ ਨਾਲ ਧਿਆਨ ਰੱਖਣਾ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਕਿਰਪਾ ਨਿਧਾਨ ਜੀ, ਕਰਤ ਅਨੇਕ ਬਿਲਾਸ। ਕਿਰਪਾ ਦੇ ਖਜ਼ਾਨੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਿਰਪਾ ਦੇ ਖਜ਼ਾਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਤਰੀਕੇ ਦਾ ਆਨੰਦ ਵਿਲਾਸ ਕਰ ਰਹੇ ਨੇ ਜੀ। ਮਹਾਰਾਜ ਗਰੀਬ ਨਵਾਜ ਬੜੇ ਕੌਤਕ ਕਰ ਰਹੇ ਨੇ ਜੀ। ਹਾਂਜੀ। ਚਾਹਤ ਧਰਮ ਸਥਾਪਨੇ, ਦੁਸ਼ਟਨ ਕਰਨ ਵਿਨਾਸ਼। ਪਰ ਗੁਰੂ ਸਾਹਿਬ ਜੀ ਦਾ ਜਿਹੜਾ ਮੁੱਖ ਕਾਰਜ ਹੈ ਨਾ ਜੀ, ਉਹ ਹੈਗਾ ਧਰਮ ਦੀ ਸਥਾਪਨਾ ਕਰਨੀ ਜੀ। ਧਰਮ ਦੀ ਸਥਾਪਨਾ ਕਰਨੀ ਜੀ, ਖਾਲਸਾ ਪੰਥ ਨੂੰ ਸਾਜਣਾ। ਮਹਾਰਾਜ ਕੋਈ ਨਾ ਕੋਈ ਉਪਾਅ ਆਪਣੇ ਮਨ ਵਿੱਚ ਸੋਚ ਰਹੇ ਹੈ ਵੀ ਕਰਤੇ ਪੁਰਖ ਨੇ ਸਾਡੀ ਜ਼ਿੰਮੇਵਾਰੀ ਲਾਈ ਹੈ, ਹੁਣ ਉਹ ਕੰਮ ਕਰੀਏ ਜੀ। ਹਾਂਜੀ। ਚੌਪਈ ਜਬੈ ਬਸੋਏ ਕੋ ਦਿਨ ਆਵੇ। ਬਸੋਏ ਕਹਿੰਦੇ ਵਿਸਾਖੀ ਨੂੰ ਜੀ। ਦੋ ਮੇਲੇ ਗੁਰੂ ਘਰ ਵਿੱਚ ਵੱਡੇ ਸੀ, ਦੀਵਾਲੀ ਦਾ ਤੇ ਵਿਸਾਖੀ ਦਾ। ਜਦੋਂ ਵਿਸਾਖੀ ਵਾਲਾ ਦਿਨ ਆਉਂਦਾ ਨਾ ਜੀ ਸੰਗਤ ਜੀ, ਹਾਂਜੀ, ਚਾਹੋ ਦਿਸ਼ ਤੇ ਸੰਗਤ ਉਮਡਾਵੇ। ਫਿਰ ਚਾਰੇ ਪਾਸਿਓਂ ਸੰਗਤਾਂ ਆਉਂਦੀਆਂ ਜੀ। ਅਜੇ ਹੁਣੇ ਹੋਲੇ ਦਾ ਮੇਲਾ ਲੰਘਿਆ, 1 ਮਹੀਨੇ ਬਾਅਦ ਫਰਕ ਪੈਂਦਾ ਜੀ। ਚੇਤ ਦਾ ਮਹੀਨਾ ਬੀਤਦਾ ਤੇ ਵਿਸਾਖ ਸ਼ੁਰੂ ਹੋ ਜਾਂਦਾ ਜੀ। ਵਿਸਾਖੀ ਦਾ ਮੇਲਾ ਗੁਰੂ ਘਰ ਵਿੱਚ ਲੱਗਾ ਜੀ। ਹਾਂਜੀ। ਜਿਮ ਗ੍ਰੀਖੰ ਵੀ ਤੇਜਸ ਕਾਲ। ਹਾਂਜੀ। ਚੌਦਿਸ਼ ਉਮਡਹਿ ਘਟਾ ਵਿਸਾਲ। ਬਸ ਜਿਵੇਂ ਕਹਿੰਦੇ ਗਰਮੀ ਦੀ ਰੁੱਤ ਲੰਘੇ ਤੇ ਵਰਖਾ ਰੁੱਤ ਸ਼ੁਰੂ ਹੁੰਦੀ ਨਾ, ਚਾਰੇ ਪਾਸਿਓਂ ਬੱਦਲ ਆਉਂਦੇ ਆ। ਇੰਜ ਫਿਰ ਅਨੰਦਪੁਰ ਸਾਹਿਬ ਮੁੜ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਆਈਆਂ ਜੀ। ਹਾਂਜੀ। ਪ੍ਰੇਮ ਧਰੇ ਆਨੰਦਪੁਰ ਆਵਤ। ਬੜਾ ਪਿਆਰ ਧਾਰ ਕੇ ਗੁਰੂ ਕੇ ਸਿੱਖ ਆਨੰਦਪੁਰ ਸਾਹਿਬ ਆ ਰਹੇ ਨੇ।
ਬਹੁਤਾ ਪ੍ਰੇਮ ਹਿਰਦੇ ਵਿੱਚ ਲੈ ਕੇ। ਹੁਣ ਵੇਖੋ, ਤੁਸੀਂ ਰੋਜ਼ ਗੁਰੂ ਘਰ ਆਉਂਦੇ ਹੋ, ਇਹੋ ਹੀ ਪ੍ਰੇਮ ਨਾਲ ਆਓ ਤੇ ਆਨੰਦ ਸਾਧ ਸੰਗਤ ਜੀ ਦੂਣਾ ਹੋ ਜਾਂਦਾ। ਹਾਂਜੀ। ਸ਼ਬਦ ਅਖੰਡ ਕੀਰਤਨ ਗਾਵਤ। ਫਿਰ ਰਸਤੇ ਵਿੱਚ ਆਉਂਦਿਆਂ ਅਖੰਡ ਕੀਰਤਨ ਕਰਦੇ ਸਿੱਖ ਆਉਂਦੇ ਜੀ। ਉਹ ਕੀਰਤਨ ਜਿਹਦੇ ਵਿੱਚ ਨਾਗਾ ਨਹੀਂ ਹੈਗਾ ਜੀ। ਆਪਣੇ ਪੰਥ ਵਿੱਚ ਭਾਈ ਰਣਧੀਰ ਸਿੰਘ ਜੀ, ਉਹਨਾਂ ਤੋਂ ਇੱਕ ਜੱਥਾ ਤੁਰਿਆ ਜੀ, ਜਿਹਨੂੰ ਅਖੰਡ ਕੀਰਤਨੀ ਜੱਥਾ ਕਹਿੰਦੇ ਆ। ਭਾਈ ਰਣਧੀਰ ਸਿੰਘ ਜੀ ਬੜੀ ਕਮਾਈ ਵਾਲੇ ਸੀਗੇ ਜੀ। ਗੁਰੂ ਕੇ ਸਿੱਖ ਅਖੰਡ ਕੀਰਤਨ ਕਰਦੇ ਆ, ਭਾਵ ਜਿਹਦੇ ਵਿੱਚ ਫਰਕ ਨਹੀਂ ਪੈਂਦਾ ਜੀ। ਰਸਤੇ ਵਿੱਚ ਆਉਂਦੇ ਆ, ਅਖੰਡ ਕੀਰਤਨ ਕਰਦੇ ਆਉਂਦੇ। ਹੁਣ ਇੱਥੋਂ ਹਰਿਮੰਦਰ ਸਾਹਿਬ ਜਾਣਾ ਜੀ, ਤੁਸੀਂ ਆਪਣੇ ਘਰਾਂ ਤੋਂ ਚੱਲ ਕੇ ਆਏ ਹੋ, ਨੇਮ ਰੱਖ ਲਓ ਵੀ ਮੇਰੇ ਘਰੋਂ ਗੁਰੂ ਘਰ ਆਉਣ ਲਈ ਰਸਤੇ ਵਿੱਚ 5 ਚੌਪਈ ਸਾਹਿਬ ਦੇ ਪਾਠ ਹੋ ਜਾਣੇ ਆ, ਜਾਂ ਇੱਕ ਪਾਠ ਜਪਜੀ ਸਾਹਿਬ ਦਾ ਹੋ ਜਾਣਾ। ਹੋਰ ਨਹੀਂ, ਇੱਕ ਪੈਰ ਚੁੱਕੋ ਬੋਲੋ ਵਾਹੇ, ਦੂਜਾ ਚੁੱਕੋ ਬੋਲੋ ਗੁਰੂ। ਇਸ ਤਰੀਕੇ ਨਾਲ ਤੁਸੀਂ ਆ ਕੇ ਵੇਖਿਓ, ਤੁਸੀਂ ਆਪ ਕਹੋਗੇ ਕਿ ਆ ਕੇ ਫਿਰ ਬਹਿਣ ਦਾ ਨਜ਼ਾਰਾ ਬਦਲ ਜਾਂਦਾ ਜੀ। ਸੁਰਤ ਜ਼ਿਆਦਾ ਜੁੜਦੀ ਬੰਦੇ ਦੀ ਜੀ। ਸੋ ਸੰਗਤਾਂ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ ਗੁਰੂ ਦੇ ਘਰ ਵਿੱਚ ਆਉਂਦੀਆਂ ਨੇ ਜੀ। ਹਾਂਜੀ। ਜਨ ਚਾਖਤ ਹੈ ਅੰਮ੍ਰਿਤ ਧਾਰਾ। ਕਹਿਣ ਲੱਗੇ ਇੰਨੇ ਆਨੰਦ ਨਾਲ ਸਿੱਖ ਬਾਣੀ ਪੜ੍ਹਦੇ ਮਾਨੋ ਅੰਮ੍ਰਿਤ ਦੀ ਧਾਰ ਹੀ ਛਕਦੇ ਆ ਜੀ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਹਾਂਜੀ। ਦਰਸ਼ਨ ਕਰਹਿ ਆਨੰਦ ਉਦਾਰਾ। ਦਰਸ਼ਨ ਕਰਦੀਆਂ ਸੰਗਤਾਂ ਮਹਾਰਾਜ ਦੇ ਬਹੁਤ ਸੁੱਖ ਮਿਲਦਾ, ਵੱਡਾ ਸੁੱਖ ਮਿਲਦਾ। ਧਨੀ ਖੇਪ ਸੋ ਝੰਗ ਸਿਆਲਾ। ਧੰਨੀ ਘੇਪ ਸੋ ਝੰਗ ਸਿਆਲਾ, ਇਹ ਇਲਾਕਿਆਂ ਦੇ ਨਾਮ ਹੈ ਜੀ। ਹਾਂਜੀ। ਆਵਤ ਲੰਮੇ ਦੇਸ਼ ਵਿਸਾਲਾ। ਲੰਮਾ ਦੇਸ਼, ਇਹ ਵੀ ਇਲਾਕੇ ਦਾ ਨਾਮ ਹੈ ਜੀ। ਸਮੇਂ ਨਾਲ ਹੁਣ ਉਹਨਾਂ ਇਲਾਕਿਆਂ ਦੇ ਨਾਮ ਹੋਰ ਹੋ ਗਏ ਜੀ। ਹਾਂਜੀ। ਪੁਰ ਮੁਲਤਾਨ ਦੇਸ਼ ਮਨ ਕੇਰਾ। ਮੁਲਤਾਨ ਤੋਂ ਗੁਰੂ ਜੀ ਦੇ ਸਿੱਖ ਆਉਂਦੇ ਜੀ। ਬੜੀ ਬੜੀ ਸਿੱਖੀ ਸੰਗਤ ਜੀ ਉਹਨਾਂ ਇਲਾਕਿਆਂ 'ਚ ਅੱਜ ਵੀ ਹੈਗੀ ਜੀ। ਆ ਕੱਲ੍ਹ ਪਰਸੋਂ ਆਪਣੇ ਕੋਲ ਇੱਥੇ ਇੰਗਲੈਂਡ ਤੋਂ ਸਿੰਘ ਆਇਆ ਸੀ, ਉਹ ਪਿੱਛੋਂ ਅਫਗਾਨਿਸਤਾਨ ਦੇ ਸੀਗੇ ਜੀ। ਉਹ ਕਹਿੰਦੇ ਬੜੇ ਸਿੱਖ ਨੇ ਉੱਥੇ, ਆਪਾਂ ਸਾਰੇ ਇਕੱਠੇ ਆ। ਸੋ ਮੁਲਤਾਨ ਤੋਂ ਗੁਰੂ ਕੇ ਸਿੱਖ ਵਿਸਾਖੀ ਤੇ ਗੁਰੂ ਜੀ ਦੇ ਚਰਨਾਂ ਵਿੱਚ ਆਏ ਜੀ। ਨਰ ਪਸ਼ੋਰ ਕੇ ਪ੍ਰੇਮ ਕਨੇਰਾ। ਪਸ਼ੌਰ ਦੇ ਸਿੱਖ ਜੀ, ਉਹਨਾਂ ਦੇ ਮਨ ਵਿੱਚ ਵੀ ਬੜਾ ਪ੍ਰੇਮ ਹੈ। ਵੇਖੋ, ਇਹ ਸਾਰਾ ਹੀ ਗੁਰੂ ਦਾ ਪੰਥ 'ਚ। ਸ਼ਾਇਦ ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਹੋਵੇ, ਅਟਾਰੀ ਤੋਂ ਲੈ ਕੇ ਰਾਜਪੁਰੇ ਤੱਕ ਇਹਦਾ ਨਾਮ ਹੀ ਪੰਥ ਨਹੀਂ ਹੈਗਾ ਜੀ। ਇੰਨੇ ਸਮੇਂ 'ਚ ਪੰਜਾਬ ਆ ਜਾਂਦਾ ਨਾ ਜੀ ਸਾਰਾ ਜੀ, ਅਟਾਰੀ ਤੋਂ ਰਾਜਪੁਰਾ ਜੀ। ਬਸ ਇਹੋ ਹੀ ਪੰਥ ਹੈ। ਨਹੀਂ ਸਾਧ ਸੰਗਤ ਜੀ, ਇਹ ਪੰਥ ਨਹੀਂ ਹੈਗਾ ਜੀ। ਪੰਥ ਤੇ ਜਿੱਥੇ ਗੁਰੂ ਨਾਨਕ ਦਾ ਸਿੱਖ ਵਸਦਾ ਉੱਥੇ ਪੰਥ ਹੀ ਹੈਗਾ ਜੀ। ਮੁਲਤਾਨ ਤੋਂ, ਪਿਸ਼ੌਰ ਤੋਂ ਬੜੇ ਪਿਆਰ ਵਾਲੀਆਂ ਸੰਗਤਾਂ ਆਉਂਦੀਆਂ ਜੀ, ਜਿਹਨੂੰ ਪਿਸ਼ਾਵਰ ਕਹਿ ਲੈਂਦੇ ਜੀ। ਹਾਂਜੀ। ਕਾਬਲ ਖੁਰਾਸਾਨ ਕੰਧਾਰਾ। ਕਾਬਲ, ਖੁਰਾਸਾਨ, ਕੰਧਾਰ, ਜਿੱਥੋਂ ਦਾ ਵਲੀ ਹੋਇਆ ਜੀ ਗੁਰੂ ਨਾਨਕ ਸਾਹਿਬ ਜੀ, ਤੇ ਉਹਨੇ ਵੱਡਾ ਪੱਥਰ ਸੁੱਟਿਆ ਸੀਗਾ ਜੀ। ਉਦੋਂ ਦੀਆਂ ਸੰਗਤਾਂ ਮਹਾਰਾਜ ਨੂੰ ਮੰਨਦੀਆਂ ਸੀ ਉੱਥੇ ਜੀ, ਹੁਣ ਵੀ ਮੰਨਦੀਆਂ ਨੇ ਜੀ। ਹਾਂਜੀ। ਬਲਖ ਬੁਖਾਰਾ ਆਏ ਹਜ਼ਾਰਾ। ਬਲਖ ਤੋਂ, ਬੁਖਾਰੇ ਤੋਂ ਹਜ਼ਾਰਾਂ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੀਆਂ ਜੀ। ਕਹਿ ਲੱਗ ਗਿਨੀਏ ਪਛਮ ਵਾਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਤੁਹਾਨੂੰ ਗਿਣ ਕੇ ਨਹੀਂ ਦੱਸ ਸਕਦਾ ਵੀ ਕਿੰਨੀ ਕੁ ਸੰਗਤ ਵਿਸਾਖੀ ਤੇ ਬਾਜਾਂ ਵਾਲੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਉਂਦੀ ਹੁੰਦੀ ਸੀਗੀ। ਆਏ ਸੰਗਤਾਂ ਹੋਤ ਉਲਾਸੀ। ਸੰਗਤਾਂ ਆਉਂਦੀਆਂ, ਆ ਕੇ ਬਹੁਤ ਖੁਸ਼ ਹੁੰਦੀਆਂ ਜੀ, ਪ੍ਰਸੰਨ ਹੁੰਦੀਆਂ ਜੀ। ਹਾਂਜੀ। ਸਫਲ ਜਨਮ ਦਰਸ਼ਨ ਕਰ ਜਾਣ ਹੈ। ਉਹਨਾਂ ਨੂੰ ਇਉਂ ਲੱਗਦਾ
ਜਿਵੇਂ ਸਾਡਾ ਜਨਮ ਹੀ ਸਫਲਾ ਹੋ ਗਿਆ ਜੀ ਆਪਣੇ ਗੁਰੂ ਦੇ ਦਰਸ਼ਨ ਕਰਕੇ। ਵੇਖੋ ਇੱਕ ਗੱਲ ਤੇ ਪੱਕੀ ਆ ਜੀ, ਤੁਸੀਂ ਆਪਣੇ ਨੇਤਰਾਂ ਨਾਲ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ, ਤੁਹਾਡੇ ਨੇਤਰ ਸਫਲੇ ਹੋ ਰਹੇ ਨੇ ਜੀ। ਮਹਾਰਾਜ ਕਹਿੰਦੇ ਨਾ, ਨੇਤਰੀ ਸਤਿਗੁਰ ਪੇਖਣਾ, ਨੇਤਰੀ ਸਤਿਗੁਰ ਪੇਖਣਾ, ਨੇਤਰੀ ਸਤਿਗੁਰ। ਅੱਖਾਂ ਨਾਲ ਗੁਰੂ ਨੂੰ ਵੇਖਣਾ ਜੀ, ਗੁਰੂ ਦੇ ਦਰਸ਼ਨ ਕਰਨੇ। ਕੰਨਾਂ ਨਾਲ ਬਾਣੀ ਸੁਣ ਰਹੇ ਹੋ, ਕੰਨ ਸਫਲੇ ਨੇ ਜੀ। ਕਹਿੰਦੇ ਇਸ ਤਰੀਕੇ ਨਾਲ ਗੁਰੂ ਕੇ ਸਿੱਖ ਮਹਾਰਾਜ ਦੇ ਦਰਸ਼ਨ ਕਰਦੇ ਆ, ਉਹਨਾਂ ਨੂੰ ਇਉਂ ਲੱਗਦਾ ਵੀ ਸਾਡਾ ਜਨਮ ਹੀ ਸਫਲਾ ਹੋ ਗਿਆ ਜੀ। ਔਰ ਹੁੰਦਾ ਸਾਧ ਸੰਗਤ ਜੀ, ਹਾਂਜੀ, ਬਹੁ ਮੋਲੀ ਭੇਟਾ ਗਨ ਅੰਨ ਹੈ। ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਕੀਮਤੀ ਕੀਮਤੀ ਭੇਟਾਵਾਂ ਵੀ ਭੇਟ ਕਰਦੇ ਜੀ। ਸੁਤ ਬਨਤਾ ਕੋ ਲੈ ਕਰ ਸਾਥ, ਨਾਲ ਆਪ ਵੀ ਆਉਂਦੇ ਆ ਸਿੱਖ, ਤੇ ਨਾਲ ਆਪਣੇ ਪੁੱਤਰਾਂ ਨੂੰ ਵੀ ਲੈ ਕੇ ਆਉਂਦੇ ਆ, ਆਪਣੀ ਪਤਨੀ ਨੂੰ ਵੀ ਲੈ ਕੇ ਆਉਂਦੇ ਆ। ਬੜਾ ਜ਼ਰੂਰੀ ਹੈ ਸਾਰੇ ਪਰਿਵਾਰ ਦਾ ਆਉਣਾ। ਹਾਂਜੀ, ਪਰਮ ਪੁਨੀਤ ਹੋਏ ਪਿਖਨਾਥ, ਤੇ ਗਰੀਬ ਨਵਾਜ ਮਹਾਰਾਜ ਦੇ ਦਰਸ਼ਨ ਕਰਕੇ ਨਾ ਇਉਂ ਲੱਗਦਾ ਅਸੀਂ ਤੇ ਪੁਨੀਤ ਹੋ ਗਏ ਹਾਂ। ਪਵਿੱਤਰ 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 ਪੁਨੀਤ, ਇੱਕ ਪੁਨੀਤ ਇੱਕ ਪਰਮ ਪੁਨੀਤ ਜੀ। ਗੁਰਸਿੱਖ ਮਹਾਰਾਜ ਦੇ ਦਰਸ਼ਨ ਕਰ ਲੈਂਦੇ, ਬੜਾ ਆਨੰਦ ਬਣਦਾ ਜੀ। ਸਾਧ ਸੰਗਤ ਜੀ, ਕਈ ਦਿਨ ਨਿਤਨੇਮ ਆਪੇ ਹੀ ਹੋ ਜਾਂਦਾ ਸੀਗਾ ਮਹਾਰਾਜ ਦੇ ਦਰਸ਼ਨ ਕਰਕੇ ਜੀ। ਵਾਈਬ੍ਰੇਸ਼ਨ ਅੰਦਰ ਇਹੋ ਜਿਹੀਆਂ ਮਿਲ ਜਾਂਦੀਆਂ ਜੀ। ਹਾਂਜੀ, ਚਲੀ ਸੰਭੂ ਸੰਗਤਾਂ ਆਵੇ। ਧੰਨ ਮਹਾਰਾਜ ਸੱਚੇ ਪਾਤਸ਼ਾਹ ਦੇ ਸੰਗਤ ਚਰਨਾਂ ਵਿੱਚ ਜਥਿਆਂ ਦੇ ਜਥੇ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਰਹੀ ਹੈ। ਹਿੰਦੂ ਤੁਰਕ ਉਰ ਕਿਸ ਨਹਿ ਭਾਵੈ। ਪਰ ਭਾਈ ਸਾਹਿਬ ਲਿਖਦੇ ਆ, ਕਹਿੰਦੇ ਹਿੰਦੂ ਤੁਰਕ ਔਰ ਕਿਸ ਨਹਿ ਭਾਵੈ। ਕਈ ਹਿੰਦੂ ਐਸੇ ਸਨ, ਕਈ ਤੁਰਕ ਐਸੇ ਸਨ ਜਿਨ੍ਹਾਂ ਨੂੰ ਜੱਥੇ ਆਉਂਦੇ ਚੰਗੇ ਨਹੀਂ ਸੀ ਲੱਗਦੇ ਜੀ। ਕੋਈ ਪਿਸ਼ਾਵਰ ਤੋਂ ਜੱਥਾ ਆ ਰਿਹਾ, ਕੋਈ ਗਜਨੀ ਤੋਂ ਜੱਥਾ ਆ ਰਿਹਾ, ਕੋਈ ਕਸ਼ਮੀਰ ਚੋਂ ਆ ਰਿਹਾ, ਕੋਈ ਜਲਾਲਾਬਾਦ ਤੋਂ ਆ ਰਿਹਾ। ਤੁਰਕਾਂ ਨੂੰ ਵੀ ਨਹੀਂ ਚੰਗਾ ਲੱਗਦਾ। ਉਹ ਕਹਿੰਦੇ ਸੀ ਆਨੰਦਪੁਰ ਵਿੱਚ ਕੀ ਹੈਗਾ, ਸਾਰੀ ਦੁਨੀਆ ਹੀ ਆਨੰਦਪੁਰ ਨੂੰ ਤੁਰੀ ਜਾਂਦੀ ਹੈ। ਹਾਂਜੀ, ਜੋ ਸਿਰ ਤੇ ਗੰਜਾ ਹੋਏ ਲਾਲ, ਹਾਂਜੀ, ਤਿਸੈ ਸੁਹਾਏ ਨ ਕੇਸ ਵਿਸਾਲ। ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਸਿਰੋਂ ਗੰਜਾ ਹੋਵੇ ਨਾ, ਉਹਨੂੰ ਕੇਸਾਂ ਵਾਲਾ ਚੰਗਾ ਨਹੀਂ ਲੱਗਦਾ ਜੀ। ਉਹ ਕਹਿੰਦਾ ਮੈਂ ਤੇ ਗੰਜਾ ਹੋ ਗਿਆ, ਇਹਦੇ ਕਿਉਂ ਸਿਰ ਤੇ ਵਾਲ ਹੈਗੇ ਆ। ਇਸੇ ਤਰ੍ਹਾਂ ਇਹ ਲੋਕ ਸਨ, ਆਪ ਤੇ ਗੁਰੂ ਜੀ ਦੇ ਚਰਨਾਂ ਵਿੱਚ ਨਹੀਂ ਸੀ ਆਉਂਦੇ, ਤੇ ਜਿਹੜਾ ਮਹਾਰਾਜ ਦੇ ਚਰਨਾਂ ਚ ਆਉਂਦਾ ਉਹ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਜੀ। ਹਾਂਜੀ, ਕਿਸ ਵਿਦ ਕਰ ਜੋ ਕਾਨੋ ਹੋਏ, ਹਾਂਜੀ, ਤਿਸ ਨਾ ਸੁਖਾਵੈ ਸੁਠ ਦ੍ਰਿਗ ਜੋਏ। ਕਹਿੰਦੇ ਜਿਹੜਾ ਕਿਸੇ ਤਰੀਕੇ ਨਾਲ ਵੀ ਕਾਣਾ ਹੋਵੇ ਨਾ ਅੱਖੋਂ, ਤੇ ਉਹਨੂੰ ਸੁਜਾਖਾ ਚੰਗਾ ਨਹੀਂ ਲੱਗਦਾ ਜੀ। ਵੀ ਆਪ ਤੇ ਉਹ ਕਾਣਾ ਜੀ, ਪਰ ਉਹ ਕਹਿੰਦਾ ਵੀ ਇਹਦੀਆਂ ਕਿਉਂ ਦੋ ਅੱਖਾਂ ਹੈਗੀਆਂ ਜੀ। ਹਾਂਜੀ, ਜਹ ਨਕਟੇ ਹੋਵੇ ਸਮੁਦਾਏ, ਜਿੱਥੇ ਸਾਰੇ ਨੱਕ ਕੱਟੇ ਰਹਿੰਦੇ ਹੋਣ ਜੀ। ਹਾਂਜੀ, ਸੁੰਦਰ ਨਾਕ ਨ ਤਹਾਂ ਸੁਹਾਏ। ਉੱਥੇ ਕੋਈ ਸੋਹਣੇ ਨੱਕ ਵਾਲਾ ਆ ਜੇ ਤੇ ਚੰਗਾ ਨਹੀਂ ਲੱਗਦਾ ਲੋਕਾਂ ਨੂੰ। ਇਸੇ ਤਰ੍ਹਾਂ ਇਹ ਲੋਕ ਨੇ। ਆਪ ਤੇ ਕਈ ਲੋਕ ਐਸੇ ਜਿਹੜੇ ਗੁਰੂ ਘਰ ਆਉਂਦੇ ਨਹੀਂ ਜੀ, ਪਰ ਜਿਹੜੇ ਜਾਂਦੇ ਆ ਨਾ, ਉਹ ਫਿਰ ਉਹਨਾਂ ਨੂੰ ਟਿਚਰਾਂ ਕਰਦੇ ਆ। ਆਖੋ ਵਾਹਿਗੁਰੂ। ਵੀ ਰੋਜ਼ ਤੁਸੀਂ ਗੁਰਦੁਆਰੇ ਤੁਰੇ ਰਹਿੰਦੇ ਜੇ, ਤੁਹਾਨੂੰ ਗੁਰਦੁਆਰੇ ਜਾ ਕੇ ਕੀ ਮਿਲਦਾ ਜੀ। ਇੱਕ ਰੱਬ ਦੇ ਪਿਆਰੇ ਮਹਾਤਮਾ ਮਹਾਂਪੁਰਖ ਬੈਠੇ, ਉਹਨਾਂ ਕੋਲ ਨਾ ਜੀ ਇੱਕ ਪਿੰਡ ਦਾ ਬੰਦਾ ਬੜਾ ਪਰੇਸ਼ਾਨ ਹੋਇਆ ਆ ਗਿਆ। ਕਹਿਣ ਲੱਗਾ, ਕਹਿੰਦਾ ਜੀ ਮੈਂ ਆਉਣਾ, ਜਦੋਂ ਮੈਂ 6 ਵਜੇ ਗੁਰਦੁਆਰੇ ਆਉਣ ਲੱਗਦਾ ਨਾ, ਤੇ ਮੇਰਾ ਗਵਾਂਢੀ ਮੈਨੂੰ ਵੇਖ ਕੇ ਤੇ ਟੀਚਰਾਂ ਕਰਦਾ
ਕਹਿੰਦਾ ਉਹ ਜਾਂਦਾ ਹੀ ਵਿਹਲਾ, ਵਿਹਲੇ ਹੈਗੇ, ਕੰਮ ਕਾਰ ਕੋਈ ਨਹੀਂ, ਗੁਰਦੁਆਰੇ ਤੁਰੇ ਰਹਿੰਦੇ ਆ। ਕਹਿੰਦਾ ਜੀ ਮੈਂ ਬੜਾ ਪਰੇਸ਼ਾਨ ਹੈਗਾ। ਕਹਿੰਦਾ ਮੈਂ ਆਉਣਾ ਹੁੰਦਾ ਗੁਰਦੁਆਰੇ ਬੜੇ ਆਨੰਦ ਨਾਲ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ, ਉਹ ਮੈਨੂੰ ਰਸਤੇ 'ਚ ਤੰਗ ਕਰਦਾ। ਤਾਂ ਉਹ ਮਹਾਂਪੁਰਖਾਂ ਨੇ ਉਹਨੂੰ ਜੁਗਤੀ ਦਿੱਤੀ, ਕਹਿੰਦੇ ਮਸਲੇ ਦਾ ਹੱਲ ਹੋ ਜਾਏਗਾ, ਤੂੰ ਟਾਈਮ ਬਦਲ। ਕਹਿੰਦੇ 6 ਤੋਂ 8 ਆਉਣਾ ਨਾ, ਹੁਣ 4 ਤੋਂ 6 ਆਇਆ ਕਰ। ਜਦੋਂ ਤੂੰ 4 ਵਜੇ ਗੁਰਦੁਆਰੇ ਆਏਗਾ ਅੰਮ੍ਰਿਤ ਵੇਲੇ ਤੇ ਬਾਣੀ ਪੜ੍ਹ ਕੇ ਘਰ ਜਾਏਗਾ ਨਾ, ਫਿਰ ਗੱਲ ਕਰੀ। ਉਹਨੇ ਟਾਈਮ ਬਦਲ ਲਿਆ ਜੀ। ਉਹ ਅੱਜ ਹੋਰ ਕੱਲ ਹੋਰ, ਉਹ ਬੰਦੇ ਨੇ ਉਸ ਸਿੱਖ ਦੇ ਦਰਸ਼ਨ ਕਰਿਆ ਕਰਨੇ ਨੇ। ਰੱਬ ਵੱਲੋਂ ਫਿਰ ਉਹਨੂੰ ਸੋਝੀ ਪਈ ਜੀ। ਅੱਛਾ ਮੈਨੂੰ ਚੁੱਪ ਕਰਾਓ। ਰੱਬ ਵੱਲੋਂ ਉਹਨੂੰ ਸੋਝੀ ਪਈ ਜੀ। ਸੋਝੀ ਪਤਾ ਕੀ ਪਈ? ਵੀ ਮੈਂ ਇਹਨੂੰ ਤਰਕਾਂ ਕਰਦਾ ਰਹਿਣਾ, ਕਿੱਡਾ ਚੰਗਾ ਬੰਦਾ ਹੈਗਾ, ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਤੇ ਜਾਂਦਾ ਨਾ, ਮੈਂ ਐਵੇਂ ਇਹਨੂੰ ਤਰਕਾਂ ਕਰਦਾ ਰਹਿਣਾ। ਤੋ ਮਹਾਂਪੁਰਖ ਉਹਨੂੰ ਪੁੱਛਦੇ, ਕਹਿੰਦੇ ਸੁਣਾ ਫਿਰ, ਜਿਹੜਾ ਗਵਾਂਢੀ ਤੈਨੂੰ ਟੀਚਰਾਂ ਕਰਦਾ ਹੁੰਦਾ ਸੀ ਉਹਦਾ ਕੀ ਹਾਲ ਹੈ? ਕਹਿਣ ਲੱਗਾ ਮਹਾਂਪੁਰਖੋ ਰੱਬ ਦੀ ਮਿਹਰ ਹੋਈ, ਨਾਲ ਹੀ ਆਇਆ ਮੇਰੇ, ਉਹ ਵੀ ਨਾਲ ਹੀ ਆਇਆ ਜੇ। ਕਹਿੰਦੇ ਕਿੱਥੇ ਆ? ਕਹਿੰਦੇ ਉਹ ਪ੍ਰਸ਼ਾਦੇ ਵਰਤਾਉਂਦੇ ਆ ਜੇ। ਇੱਥੋਂ ਜਿਹੜਾ ਘਰ ਜਾਂਦਾ ਜੀ, ਦਰਸ਼ਨ ਪਰਸਨ ਕਰਕੇ ਉਹਦੇ ਨਾਲ ਗੁਰੂ ਦੀਆਂ ਬਖਸ਼ਿਸ਼ਾਂ ਜਾਂਦੀਆਂ ਜੀ, ਉਹਦੇ ਨਾਲ ਮਿਹਰ ਜਾਂਦੀ ਹੈ, ਵੇਖਣ ਵਾਲੇ ਦੇ ਉੱਤੇ ਅਸਰ ਪੈਂਦਾ ਜੀ। ਪਰ ਕਈ ਬੰਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਹੈ, ਲੋਕ ਗੁਰੂ ਘਰ ਆਉਂਦੇ ਆ, ਉਹਨਾਂ ਨੂੰ ਚੰਗੇ ਨਹੀਂ ਲੱਗਦੇ ਜੀ। ਹਾਂਜੀ, ਤਿਮ ਸ਼੍ਰੀ ਸਤਿਗੁਰ ਕੀ ਸ਼ੁਭ ਸੰਗਤ। ਹੁਣ ਨਹੀਂ, ਉਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਮਹਾਰਾਜ ਦੇ ਕੋਲ ਬੜੀ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਸਨ। ਦਿਨ ਪ੍ਰਤ ਨਿਕਸਤ ਨਈ ਸੁਰੰਗਤ। ਰੋਜ਼ ਨਵੀਂ ਸੰਗਤ ਮਹਾਰਾਜ ਕੋਲ ਆਇਆ ਕਰੇ, ਨਿਤ ਨਵੀਂ ਸੰਗਤ ਆਵੇ ਸਤਿਗੁਰੂ ਜੀ ਕੋਲ। ਗਾਵਤ ਭਜਨ ਕਰਤ ਗੁਰ ਆਵੈ। ਤੇ ਉਹ ਰਸਤੇ 'ਚ ਬਾਣੀ ਪੜ੍ਹਦਿਆਂ ਆਉਣ, ਭਜਨ ਕਰਦਿਆਂ ਆਉਣ ਜੀ। ਆ ਹੁਣ ਹੋਲਾ ਮਹੱਲਾ ਆਉਣਾ, ਪਿਆਰ ਵਾਲਿਆਂ ਨੇ ਤੇ ਬਾਣੀ ਪੜ੍ਹਦਿਆਂ ਜਾਣਾ ਜੀ। ਤੇ ਜਿਹੜੇ ਸਾਡੇ ਬੇਮਰਜ਼ਾਦੇ ਨੌਜਵਾਨ ਹੈ ਨਾ ਕਈ, ਉਹਨਾਂ ਨੇ ਵਧੀਆ ਟਰਾਲੀ ਬਣਾ ਕੇ ਵਿੱਚ ਏਸੀ ਲਾਉਣਾ ਜੀ, ਤੇ ਵਿੱਚ LED ਲਾ ਕੇ ਤੇ ਗਾਣੇ ਸੁਣਦੇ ਜਾਣਾ ਜੀ। ਕਿੱਥੇ ਚੱਲੇ ਹੋ ਜੀ? ਆਨੰਦਪੁਰ ਸਾਹਿਬ ਚੱਲੇ ਆ ਜੀ। ਇਹ ਮਰਜ਼ਾਦਾ ਨਹੀਂ ਹੈਗੀ। ਗੁਰੂ ਕੇ ਸਿੱਖ ਬਾਣੀ ਪੜ੍ਹਦੇ ਹੋਏ ਆ ਰਹੇ ਨੇ ਜੀ। ਹਾਂਜੀ, ਤੁਰਕ ਮੁਲਕ ਪਤ ਕੋ ਨਹਿ ਭਾਵੈ। ਹੁਣ ਬਾਦਸ਼ਾਹ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ, ਹੋਰ ਤੁਰਕਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਵੀ ਜੱਥਿਆਂ ਦੇ ਜੱਥੇ ਆਨੰਦਪੁਰ ਸਾਹਿਬ ਨੂੰ ਜਾਂਦੇ ਆ। ਦੇਖਤ ਹਿੰਦੂ ਨਕਲ ਬਨਾਵਤ। ਜਿਹੜੇ ਕਈ ਹਿੰਦੂ ਵੀਰ ਸੀਗੇ ਜੀ, ਈਰਖਾ ਵਾਲੇ, ਉਹ ਨਕਲਾਂ ਕਰਦੇ ਹੁੰਦੇ ਸੀ ਸਿੱਖਾਂ ਦੀਆਂ ਜੀ। ਹਾਂਜੀ, ਕਰ ਕਰ ਆਪਸ ਮੈਂ ਹਰਖਾਵਤ। ਤੇ ਨਕਲ ਕਰ ਕਰਕੇ ਨਾ ਜੀ ਖੁਸ਼ ਹੁੰਦੇ ਸੀਗੇ ਜੀ। ਹਾਂ, ਨਕਲਾਂ ਕਰਨੀਆਂ ਜੀ ਉਹਨਾਂ ਨੇ। ਹਾਂਜੀ, ਜਿਸ ਕਿਸ ਬਿਦਤੇ ਤੁਰਕ ਵਿਸਾਦ। ਹਾਂਜੀ, ਸਿੱਖ ਸਿੱਖੀ ਕੋ ਬਾਦਤ ਬਾਦ। ਜਿੱਥੇ ਕਿੱਥੇ ਨਹੀਂ ਫਿਰ ਸਿੱਖ ਜਿਹੜੇ ਆ ਉਹ ਪ੍ਰੇਮ ਨਾਲ ਆਉਣ ਲੱਗੇ ਤੇ ਤੁਰਕ ਦੁਖੀ ਹੋਣ ਲੱਗ ਪਏ ਜੀ। ਫਿਰ ਉਹਨਾਂ ਪਤਾ ਕੀ ਕੀਤਾ ਜੀ? ਆਉਣ ਵਾਲੇ ਗੁਰਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੀ ਰਸਤੇ ਵਿੱਚ ਜੀ। ਹਾਂਜੀ, ਇਮ ਪਿਖ ਸੰਗਤ ਜਾਨੀ ਮਨ ਮੈਂ। ਸੰਗਤ ਵੇਖੇ ਵੀ ਆਪਾਂ ਮਹਾਰਾਜ ਦੇ ਦਰਸ਼ਨਾਂ ਲਈ ਆਉਂਦੇ ਆ, ਇਹ ਸਾਨੂੰ ਤੰਗ ਕਰਦੇ ਨੇ। ਹਾਂਜੀ, ਦਵੈ ਰਿਪ ਦੇਖ ਹਰਖ ਨੇ ਇਨ ਮੈਂ। ਉਹ ਫਿਰ ਸੰਗਤਾਂ ਵੇਖਦੀਆਂ ਵੀ ਇਹ ਸਾਨੂੰ ਇੰਨਾ ਕਿਉਂ ਤੰਗ ਕਰਦੇ, ਅਸੀਂ ਇਹਨਾਂ ਦਾ ਕੀ ਵਿਗਾੜਿਆ। ਹਾਂਜੀ, ਜਰੇ ਜਾਹੇ ਪਿਖ ਜਰੈ ਨਾ ਇਹੀ। ਫਿਰ ਸਮਝਿਆ ਵੀ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਸੜ ਜਾਂਦੇ ਨੇ, ਇਹਨਾਂ ਕੋ ਬਰਦਾਸ਼ਤ ਨਹੀਂ ਹੁੰਦਾ। ਹਾਂਜੀ, ਜਨ ਐਸ਼ਵਰਜ ਇਨਹੂ ਕੋ ਲੇਹੀ। ਇਹਨਾਂ ਨੂੰ ਲੱਗਦਾ ਵੀ ਇਹ ਮਾਇਆ ਇਹਨਾਂ ਨੂੰ ਆਉਣੀ ਸੀਗੀ
ਤੇ ਮਾਇਆ ਦੇ ਭੰਡਾਰੇ ਆਨੰਦਪੁਰ ਸਾਹਿਬ ਖੁੱਲ ਗਏ ਜੀ। ਹਾਂਜੀ ਗੁਰ ਟਿਗ ਸਗਰੀ ਸੰਗਤ ਆਈ, ਹਾਂਜੀ। ਦਰਸ਼ਨ ਦ੍ਰਿਗ ਪਰ ਅਬਮਤ ਪਾਈ। ਹੁਣ ਵਿਸਾਖੀ ਤੇ ਬੜੀ ਬੜੀ ਦੂਰੋਂ ਸੰਗਤਾਂ ਆਈਆਂ ਜੀ। ਮਹਾਰਾਜ ਦੇ ਰੱਜ ਰੱਜ ਕੇ ਉਹਨਾਂ ਨੇ ਦਰਸ਼ਨ ਕੀਤੇ ਜੀ। ਹਾਂਜੀ ਪੁਨ ਕਰ ਜੋਰ ਕਰੀ ਅਰਦਾਸ, ਜਦੋਂ ਮੇਲਾ ਸਮਾਪਤ ਹੋਇਆ ਨਾ, ਸੰਗਤਾਂ ਨੇ ਹੱਥ ਜੋੜ ਕੇ ਬਾਜਾਂ ਵਾਲੇ ਸਤਿਗੁਰਾਂ ਨੂੰ ਅਰਦਾਸ ਕੀਤੀ ਜੀ। ਸ਼੍ਰੀ ਸਤਿਗੁਰ ਸਾਹਿਬ ਕੇ ਪਾਸ, ਹਾਂਜੀ ਹਿੰਦੂ ਤੁਰਕ ਆਵਤ ਕੋ ਹੀਰੈ। ਸੱਚੇ ਪਾਤਸ਼ਾਹ, ਜਦੋਂ ਅਸੀਂ ਆਪ ਜੀ ਦੇ ਚਰਨਾਂ ਵਿੱਚ ਆਉਂਦੇ ਆ, ਹਿੰਦੂ ਤੁਰਕ ਸਾਨੂੰ ਆਪ ਜੀ ਕੋਲ ਆਉਂਦੇ ਵੇਖਦੇ ਆ। ਹਾਂਜੀ ਬਿਨ ਕਾਰਨ ਤੇ ਖਿਜੈ ਕਨੇਰੈ। ਤੇ ਮਹਾਰਾਜ ਬਿਨਾਂ ਕਿਸੇ ਗੱਲ ਤੋਂ ਸਾਨੂੰ ਰਸਤੇ ਵਿੱਚ ਰੋਕ ਕੇ ਪਰੇਸ਼ਾਨ ਕਰਦੇ ਆ, ਬਿਨਾਂ ਕਿਸੇ ਗੱਲ ਤੋਂ। ਵੀ ਵੇਖੋ ਸੰਗਤਾਂ ਮਹਾਰਾਜ ਕੋਲ ਆ ਰਹੀਆਂ, ਉਹਨਾਂ ਨੂੰ ਕੀ ਤੰਗੀ ਹੈ ਜੀ। ਇਹ ਅੱਜ ਦਾ ਨਹੀਂ ਹਾਲ, ਇਹ ਉਦੋਂ ਵੀ ਸੀਗਾ ਜੀ। ਹਾਂਜੀ ਕਿਸ ਕੇ ਸੰਗ ਨ ਬੈਰ ਹਮਾਰੇ। ਮਹਾਰਾਜ ਸਾਡਾ ਤੇ ਵੈਰ ਹੀ ਕਿਸੇ ਨਾਲ ਨਹੀਂ ਹੈਗਾ ਵੀ ਆਪਾਂ ਕੋਈ ਉਹਨਾਂ ਨਾਲ ਵੈਰ ਕਰਦੇ ਹੋਈਏ। ਆਵਤ ਜਾਤ ਤੂਸ਼ਨੀ ਧਾਰੇ। ਬਸ ਅਸੀਂ ਤਾਂ ਬਿਨਾਂ ਉਹਨਾਂ ਨਾਲ ਗੱਲ ਕੀਤਿਆਂ ਬਾਣੀ ਪੜ੍ਹਦਿਆਂ ਆਉਂਦੇ ਆ ਤੇ ਬਾਣੀ ਪੜ੍ਹਦਿਆਂ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਂਦੇ ਆ। ਤਰੈ ਹੀਰ ਹਮ ਕਰੈ ਨ ਕੈਸੇ। ਮਹਾਰਾਜ ਅਸੀਂ ਤਾਂ ਦੂਰੋਂ ਲੰਘਦੇ ਆ, ਪਰ ਉਹ ਮੁੜ ਸਾਡੇ ਕੋਲ ਆ ਜਾਂਦੇ ਆ, ਰਸਤੇ 'ਚ ਰੋਕਦੇ ਆ, ਪਰੇਸ਼ਾਨ ਕਰਦੇ ਆ। ਸੋ ਦੁਖ ਪਾਏ ਸ਼ਤਰੂ ਹਵੈ ਜੈਸੇ। ਮਹਾਰਾਜ ਉਹ ਤਾਂ ਐ ਕਰਦੇ ਜਿਵੇਂ ਸਾਡੇ ਦੁਸ਼ਮਣ ਹੁੰਦੇ ਆ, ਇਉਂ ਰੋਕਦੇ ਆ ਸਾਨੂੰ। ਆਵਨ ਜਾਨ ਖੇਦ ਕਰ ਹੋਵਤ, ਹਾਂਜੀ ਹਿੰਦੂ ਤੁਰਕ ਵਿਪਰਜੈ ਹੋਵਤ। ਮਹਾਰਾਜ ਆਉਣ ਵਿੱਚ ਜਾਣ ਵਿੱਚ ਖੇਚਲ ਤਾਂ ਸਾਨੂੰ ਹੋਣੀ ਚਾਹੀਦੀ ਸੀ, ਪਰ ਸਾਨੂੰ ਇਉਂ ਲੱਗਦਾ ਜਿਵੇਂ ਖੇਚਲ ਉਹਨਾਂ ਨੂੰ ਹੁੰਦੀ ਹੈ। ਦੁੱਖ ਉਹ ਮਨਾਉਂਦੇ ਆ। ਗੱਲ ਵੀ ਸੱਚੀ ਸੰਗਤ ਦੀ। ਆਖੋ ਵਾਹਿਗੁਰੂ। ਚਲੋ ਮੈਂ ਸਿੱਧੀ ਜੀ ਇੱਕ ਹੋਰ ਬੇਨਤੀ ਕਰ ਦਿੰਦਾ ਵੀ ਆਉਂਦਾ ਜਾਂਦਾ ਤੇ ਕੋਈ ਆ ਗੁਰੂ ਘਰ, ਪਰ ਦੁਖੀ ਕੋਈ ਹੋਈ ਜਾਂਦਾ ਜੀ ਵੇਖ ਵੇਖ ਕੇ। ਉਹ ਕਹਿੰਦੇ ਸਤਿਗੁਰੂ ਖੇਚਲ ਤੇ ਸਾਨੂੰ ਹੋਣੀ ਸੀਗੀ। ਹਾਂਜੀ ਬਿਨ ਕਾਰਨ ਦਰੋਹੀ ਮਦ ਮਤੇ। ਮਹਾਰਾਜ ਸਾਡਾ ਕੋਈ ਉਹਨਾਂ ਨਾਲ ਵੈਰ ਨਹੀਂ, ਵਿਰੋਧ ਨਹੀਂ, ਪਰ ਉਹ ਬਿਨਾਂ ਕਾਰਨ ਸਾਨੂੰ ਤੰਗ ਕਰਦੇ ਹਨ। ਫਸੈ ਸੰਗ ਤਿਨ ਪਾਪ ਕੁਪਤੇ। ਤੇ ਮਹਾਰਾਜ ਸਾਨੂੰ ਵੇਖ ਵੇਖ ਕੇ ਨਾ ਹੱਸਦੇ ਐ, ਕਪੱਤੇ ਨੇ। ਮਹਾਰਾਜ ਸਾਡੇ ਨਾਲ ਕਪੱਤ ਕਰਨਾ ਚਾਹੁੰਦੇ ਹਨ। ਪ੍ਰਭ ਕੋ ਸਿਮਰਨ ਕਰਿਓ ਨਾ ਭਾਵੈ। ਮਹਾਰਾਜ ਅਸੀਂ ਤਾਂ ਸਿਮਰਨ ਕਰਦੇ ਆਉਂਦੇ ਆ, ਪਰ ਮਹਾਰਾਜ ਉਹਨਾਂ ਨੂੰ ਇਉਂ ਲੱਗਦਾ ਜਿਵੇਂ ਰੱਬ ਦਾ ਨਾਮ ਚੰਗਾ ਨਹੀਂ ਲੱਗਦਾ। ਹਾਂਜੀ ਆਪਨੋ ਲੋਕ ਪਰਲੋਕ ਗਵਾਵੈ। ਮਹਾਰਾਜ ਸਾਨੂੰ ਤਾਂ ਇਉਂ ਲੱਗਦਾ ਜਿਵੇਂ ਇਹੋ ਜਿਹੇ ਲੋਕ ਆਪਣਾ ਲੋਕ ਤੇ ਪਰਲੋਕ ਦੋਵੇਂ ਖਰਾਬ ਕਰ ਲੈਂਦੇ ਆ। ਸੰਗਤ ਜੀ ਇਹ ਗੱਲ ਸੱਚੀ ਹੈ। ਕਦੀ ਗੁਰੂ ਘਰ ਆਉਣ ਤੋਂ ਕਿਸੇ ਨੂੰ ਰੋਕੋ ਨਾ, ਰੋਕੋ ਨਾ। ਜਿਹੜਾ ਬੰਦਾ ਇਹ ਕਰੇਗਾ ਉਹ ਆਪਣਾ ਲੋਕ ਤੇ ਪਰਲੋਕ ਦੋਵੇਂ ਗਵਾ ਲੇਗਾ ਜੀ। ਇੱਕ ਬੰਦਾ ਬੜੀ ਸ਼ਰਧਾ ਨਾਲ ਆ ਰਿਹਾ, ਉਹਨੂੰ ਕਹਿ ਦੇਣਾ ਲੈ ਉੱਥੇ ਤੇ ਫਲਾਣੇ ਬੈਠੇ ਇੰਜ ਕਰਦੇ ਹੀ, ਉਹਦੀ ਸ਼ਰਧਾ ਟੁੱਟ ਜਾਂਦੀ ਜੀ, ਉਹ ਵੀ ਬਹਿ ਜਾਂਦਾ ਜੀ। ਕਹਿਣ ਵਾਲੇ ਦਾ ਲੋਕ ਤੇ ਪਰਲੋਕ ਦੋਵੇਂ ਖਰਾਬ ਹੋ ਜਾਂਦਾ ਜੀ। ਹਾਂਜੀ ਸੁਣ ਕਲਗੀਧਰ ਬਚਨ ਬਖਾਨੇ। ਆਖੋ ਸ੍ਰੀ ਵਾਹਿਗੁਰੂ। ਗੱਜ ਕੇ ਸ੍ਰੀ ਵਾਹਿਗੁਰੂ। ਜਦੋਂ ਸੰਗਤ ਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਜੀ ਨੇ ਬਚਨ ਕੀਤਾ, ਤੁਮ ਗੁਰਮੁਖ ਸਿੱਖ ਸੁਨਹੁ ਸਿਆਣੇ। ਮਹਾਰਾਜ ਕਹਿੰਦੇ ਤੁਮ ਗੁਰਮੁਖ ਸਿੱਖ ਸੁਨਹੁ ਸਿਆਣੇ। ਮਹਾਰਾਜ ਕਹਿਣ ਲੱਗੇ ਤੁਸੀਂ ਗੁਰਮੁਖ ਸਿੱਖ ਹੋ, ਸਾਡਾ ਬਚਨ ਸੁਣੋ। ਮਗ ਮਹੁ ਚਲਤ ਸ਼ਸਤਰ ਤੇ ਹੀਨ। ਮਹਾਰਾਜ ਕਹਿਣ ਲੱਗੇ ਤੁਸੀਂ ਇੱਕ ਕੰਮ ਕਰਨਾ, ਜਦੋਂ ਆਨੰਦਪੁਰ ਸਾਹਿਬ ਆਉਣਾ, ਮਹਾਰਾਜ ਜੀ ਹੁਕਮ ਕਰੋ। ਸਤਿਗੁਰੂ ਕਹਿਣ ਲੱਗੇ ਤੁਸੀਂ ਹੈ ਤਾਂ ਗੁਰਮੁਖ ਹੋ, ਬਾਣੀ ਪੜ੍ਹਦੇ ਹੋ, ਪਰ ਜਦੋਂ ਰਸਤੇ ਵਿੱਚ ਆਉਂਦੇ ਜੇ
ਸ਼ਸਤਰ ਨਹੀਂ ਹੁੰਦੇ ਤੁਹਾਡੇ ਹੱਥਾਂ ਵਿੱਚ। ਦੱਸੋ ਸ਼ਸਤਰ ਹੁੰਦੇ ਆ? ਕਹਿੰਦੇ ਮਹਾਰਾਜ ਸ਼ਸਤਰ ਤੇ ਨਹੀਂ ਹੁੰਦੇ। ਹਾਂਜੀ। ਮਹਾਬਲੀ ਪੀ ਦੀਖਤ ਦੀਨ। ਮਹਾਰਾਜ ਕਹਿਣ ਲੱਗੇ ਫਿਰ ਸੁਣੋ, ਬੜਾ ਵੱਡਾ ਯੋਧਾ ਹੋਵੇ, ਮਹਾਬਲੀ ਹੋਵੇ, ਪਰ ਉਹਦੇ ਹੱਥ ਵਿੱਚ ਸ਼ਸਤਰ ਨਾ ਹੋਵੇ, ਉਹ ਵੀ ਦੀਨ ਜਿਹਾ ਹੀ ਲੱਗਦਾ ਹੈ, ਵਿਚਾਰਾ ਜਿਹਾ ਹੀ ਲੱਗਦਾ ਹੈ। ਸੱਚ ਹੈ। ਡਰਾਕਲ ਜਿਹਾ ਬੰਦਾ ਤਲਵਾਰ ਫੜ ਕੇ ਆ ਰਿਹਾ ਹੋਵੇ, ਸਾਧ ਸੰਗਤ ਦੀ ਲੋਕ ਵੇਖ ਕੇ ਪ੍ਰਭਾਵ ਕਬੂਲ ਲੈਂਦੇ ਆ। ਤੁਸੀਂ ਵੇਖਿਓ ਜਿੰਨੇ ਹੱਥ ਵਿੱਚ ਤਲਵਾਰ ਫੜੀ ਹੋਵੇ ਨਾ, ਸ਼ਸਤਰ, ਸਾਰੇ ਜਥੇ ਵਿੱਚੋਂ ਵੇਖਣ ਵਾਲਾ ਉਸੇ ਸਿੱਖ ਨੂੰ ਜਥੇਦਾਰ ਕਹੇਗਾ ਜਿਹਨੇ ਸ਼ਸਤਰ ਫੜਿਆ। ਸ਼ਸਤਰ ਬੰਦੇ ਦੀ ਦੂਣੀ ਕਦਰ ਵਧਾ ਦਿੰਦਾ। ਮਹਾਰਾਜ ਕਹਿਣ ਲੱਗੇ ਤੁਸੀਂ ਸ਼ਸਤਰਾਂ ਤੋਂ ਹੀਣੇ ਹੁੰਦੇ ਹੋ, ਸ਼ਸਤਰਾਂ ਤੋਂ ਬਗੈਰ ਹੁੰਦੇ ਹੋ, ਤੇ ਵੱਡੇ ਤੋਂ ਵੱਡਾ ਯੋਧਾ ਵੀ ਹੋਵੇ, ਉਹ ਖਾਲੀ ਹੱਥ ਤੁਰਿਆ ਆਵੇ, ਵਿਚਾਰਾ ਜਿਹਾ ਹੀ ਲੱਗਦਾ ਹੈ। ਗਮਨ ਵਿਦੇਸ਼ ਸ਼ਸਤਰ ਨਹਿ ਰੱਖੋ। ਗਮਨ ਵਿਦੇਸ਼ ਸ਼ਸਤਰ ਨਹਿ ਰੱਖੋ। ਤੁਸੀਂ ਵਿਦੇਸ਼ ਆਉਂਦੇ ਹੋ, ਵੀ ਕਿੱਥੇ ਉਹ ਹੈ ਧੰਨੀ, ਘੇਪ, ਮੁਲਤਾਨ, ਗਜਨੀ, ਕਿੱਥੇ ਆਨੰਦਪੁਰ ਹੈ? ਵਿਦੇਸ਼ ਵਿੱਚ ਆਉਂਦੇ ਹੋ ਤੇ ਸਤਿਗੁਰੂ ਕਹਿੰਦੇ ਨਿਹੱਥੇ ਹੀ ਆ ਜਾਂਦੇ ਹੋ, ਕੋਈ ਸ਼ਸਤਰ ਹੀ ਨਹੀਂ ਰੱਖਦੇ। ਸਾਧ ਸੰਗਤ, ਅੱਜ ਸਮੇਂ ਦੀ ਮੰਗ ਹੈ, ਆਪਣੀ ਗੱਡੀ ਨੂੰ ਕਦੀ ਸ਼ਸਤਰਾਂ ਤੋਂ ਬਗੈਰ ਨਾ ਰੱਖੋ। ਜ਼ਰੂਰ ਸ਼ਸਤਰ ਹੋਵੇ ਕੋਈ ਨਾ ਕੋਈ ਗੱਡੀ ਵਿੱਚ। ਕੋਈ ਪਤਾ ਨਹੀਂ ਹੈ ਕਿੱਥੇ ਕਿੰਨੇ ਆ ਕੇ ਸਾਧ ਸੰਗਤ ਜੀ ਦੁਰਵਿਵਹਾਰ ਕਰਨਾ ਸ਼ੁਰੂ ਕਰ ਦੇਣਾ। ਪਿੱਛੇ ਜੇ ਦਰਬਾਰ ਸਾਹਿਬ ਦੇ ਰਾਗੀ ਭਾਈ ਮਹਾਦੀਪ ਸਿੰਘ ਆ ਰਹੇ ਸੀ, ਸ਼ਰਾਬੀ ਪੈ ਗਏ, ਤੇ ਉਹਨਾਂ ਕੋਲ ਸ਼ਸਤਰ ਸੀਗਾ, ਤੇ ਸ਼ਰਾਬੀਆਂ ਨੂੰ ਅੱਗੇ ਲਾਤਾ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ ਵਿਦੇਸ਼ ਆਉਂਦੇ ਹੋ, ਸ਼ਸਤਰ ਹੀ ਨਹੀਂ ਫੜਦੇ ਤੁਸੀਂ, ਬਿਨਾਂ ਸ਼ਸਤਰਾਂ ਤੋਂ ਆ ਜਾਂਦੇ ਹੋ। ਜਿਹਵਾ ਬਿਨ ਜਵਾਬ ਕਿਮ ਭਖ ਹੋ। ਮਹਾਰਾਜ ਕਹਿਣ ਲੱਗੇ ਫਿਰ ਜਿਹਦੀ ਕੋਲ ਜੀਭ ਹੀ ਨਾ ਹੋਵੇ, ਉਹ ਜਵਾਬ ਕਿਵੇਂ ਦੇਵੇਗਾ? ਆਖੋ, ਕਿਸੇ ਨੂੰ ਸਵਾਲ ਪੁੱਛੀਏ ਤੇ ਉਹਦੇ ਕੋਲ ਜੀਭ ਹੀ ਨਾ ਹੋਵੇ ਤਾਂ ਜਵਾਬ ਨਹੀਂ ਦਿੰਦਾ। ਹਾਂਜੀ। ਸ਼ਸਤਰ ਸਮੇਤ ਸ਼ਤਰੂ ਜੋ ਹੀ ਰਹਿ। ਮਹਾਰਾਜ ਕਹਿਣ ਲੱਗੇ ਬਸ ਸ਼ਸਤਰਾਂ ਤੋਂ ਬਗੈਰ ਇਉਂ ਹੈ ਬੰਦਾ ਜਿਵੇਂ ਜ਼ਬਾਨ ਤੋਂ ਬਗੈਰ ਮੁੱਖ ਹੁੰਦਾ ਹੈ। ਇਹ ਕੰਮ ਨਹੀਂ ਕਰਨਾ। ਇਉਂ ਹੈ ਮਹਾਰਾਜ ਕਹਿਣ ਲੱਗੇ, ਜੇ ਜ਼ਬਾਨ ਹੀ ਨਹੀਂ ਹੈਗੀ ਤਾਂ ਗੱਲ ਕਿਵੇਂ ਕਰੋਗੇ? ਕਹਿੰਦੇ ਇਸ ਕਰਕੇ ਸ਼ਸਤਰ ਸਮੇਤ ਸ਼ਤਰ ਜੋ ਹੇਰ ਹੈ। ਤੁਹਾਨੂੰ ਖਜਾਉਣ ਵਾਲੇ ਮਿਲਦੇ ਆ ਰਸਤੇ 'ਚ, ਪਰ ਜਦੋਂ ਵੇਖਣਗੇ ਨਾ ਇਹਦੇ ਕੋਲ ਸ਼ਸਤਰ ਹੈ, ਸ਼ਕਤ ਬਿਨਾ ਨਾ ਪ੍ਰਹਾਰ ਵਡੇਰ ਹੈ। ਮਹਾਰਾਜ ਕਹਿਣ ਲੱਗੇ ਫਿਰ ਉਹ ਨਜਾਇਜ਼ ਤੁਹਾਨੂੰ ਚੜਾਉਣਗੇ ਨਹੀਂ, ਕਿਉਂਕਿ ਇਹਨੂੰ ਪਤਾ ਇਹਦੇ ਕੋਲ ਸ਼ਸਤਰ ਹੈ। ਆਖੋ ਵਾਹਿਗੁਰੂ। ਸ਼ਸਤਰ ਤਾਂ ਬੰਦੇ ਨੂੰ ਦੂਣਾ ਕਰ ਦਿੰਦਾ ਸਾਧ ਸੰਗਤ ਜੀ। ਹੋਰ ਸਾਰੀਆਂ ਹੀ ਗੱਲਾਂ ਛੱਡ ਦਿਓ, ਬਿਲਕੁਲ ਇੱਕ ਸਿੱਧੀ ਜੀ ਉਦਾਹਰਣ ਹੈ। ਤੁਸੀਂ ਰਸਤੇ ਵਾਹਿਗੁਰੂ ਅੰਮ੍ਰਿਤ ਵੇਲੇ ਗੁਰੂ ਘਰ ਆਉਣਾ ਹੋਵੇ, ਕਈ ਕੁੱਤੇ ਰਸਤੇ 'ਚ ਬੈਠੇ ਹੁੰਦੇ ਆ, ਪਰ ਜੇ ਹੱਥ 'ਚ ਡਾਂਗ ਸੁੱਟਾ ਹੋਵੇ ਨਾ, ਇੰਨੀ ਕੁ ਸਮਝ ਕੁੱਤਿਆਂ ਨੂੰ ਵੀ ਹੁੰਦੀ, ਉਹ ਆਪੇ ਹੀ ਨੇੜੇ ਨਹੀਂ ਆਉਂਦੇ ਜੀ। ਤੇ ਕੁੱਤੇ ਨੂੰ ਪਤਾ ਹਮੇਸ਼ਾ ਕੁੱਤਾ ਉਹਦੇ ਮਗਰ ਪੈਂਦਾ ਜਿਹਦੇ ਕੋਲ ਸ਼ਸਤਰ ਨਹੀਂ ਹੁੰਦਾ, ਡਾਂਗ ਨਹੀਂ ਹੁੰਦੀ। ਕਦੀ ਵੇਖਿਆ ਡਾਂਗ ਵਾਲੇ ਨੂੰ ਕੁੱਤਾ ਪਿਆ? ਕਿਉਂਕਿ ਉਹਨੂੰ ਪਤਾ ਵੀ ਜੇ ਮੈਂ ਪਿਆ ਤੇ ਡਾਂਗ ਮੈਨੂੰ ਵੀ ਪੈਣੀ ਹੈ। ਕੁੱਤੇ ਨੂੰ ਵੀ ਇੰਨੀ ਸਮਝ ਹੈ, ਤੇ ਬੰਦੇ ਨੂੰ ਵੀ ਹੋਣੀ ਚਾਹੀਦੀ ਹੈ। ਆਖੋ ਸ੍ਰੀ। ਕੁੱਤੇ ਨੂੰ ਸਮਝ ਹੈ ਵੀ ਜੇ ਬੋਲਿਆ ਇਹਦੇ ਕੋਲ ਸ਼ਸਤਰ ਹੈ, ਡਾਂਗ ਹੈ, ਮੈਨੂੰ ਪਏਗੀ,
ਮੂਰਖਾਂ ਨੂੰ ਵੀ ਸਮਝ ਹੈ ਵੀ ਇਹਦੇ ਨਾਲ ਪੰਗਾ ਨਹੀਂ ਲੈਣਾ, ਇਹਦੇ ਕੋਲ ਸ਼ਸਤਰ ਹੈ, ਇਹਦੇ ਕੋਲ ਸ਼ਸਤਰ ਹੈ। ਹਾਂਜੀ, ਜੇ ਪ੍ਰਹਾਰ ਹੋਏ ਕਰਹੁ ਲੜਾਈ। ਮਹਾਰਾਜ ਕਹਿਣ ਲੱਗੇ ਜੇ ਉਹ ਕੁਝ ਕਹਿਣ ਤੇ ਤੁਹਾਡੇ ਕੋ ਵਾਰ ਕਰਨ ਲਈ ਸ਼ਸਤਰ ਤਾਂ ਹੋਵੇ, ਲਿਹੋ ਵਿਜੈ ਗੁਰ ਹੋਏ ਸਹਾਈ। ਤੁਸੀਂ ਸ਼ਸਤਰ ਫੜ ਕੇ ਆਓ, ਤੁਹਾਡੀ ਜਿੱਤ ਹੋਏਗੀ, ਤੁਹਾਡੀ ਰਾਖੀ ਅਸੀਂ ਕਰਾਂਗੇ। ਪਰ ਸ਼ਸਤਰ ਤਾਂ ਹੋਵੇ ਕੋਲ। ਬਿਨਾ ਕੇਸ ਸ਼ਸਤਰੰ ਨਰਨ ਭੇਡ ਜਾਨੋ, ਰਹਿਤਨਾਮਿਆਂ ਦੇ ਬੋਲ ਨੇ। ਕੇਸਾਂ ਤੋਂ ਤੇ ਸ਼ਸਤਰਾਂ ਤੋਂ ਬਗੈਰ ਕਹਿੰਦੇ ਬੰਦਾ ਨਹੀਂ ਹੈ, ਬੰਦਾ ਭੇਡ ਹੈ। ਜਾਓ ਕਿਤੇ ਹਜ਼ੂਰ ਸਾਹਿਬ ਦੀ ਧਰਤੀ ਤੇ ਛੋਟੇ ਛੋਟੇ ਬੱਚਿਆਂ ਨੇ ਵੀ 2-2 3-3 ਫੁੱਟੀਆਂ ਤਲਵਾਰਾਂ ਫੜੀਆਂ ਹੁੰਦੀਆਂ ਜੀ। ਕੋਈ ਖੰਘਦਾ ਨਹੀਂ ਸਾਧ ਸੰਗਤ ਜੀ ਉੱਥੇ। ਹਾਂਜੀ, ਅਬ ਕੇ ਮੇਲੇ ਦਰਸ਼ਨ ਆਵਹੋ। ਮਹਾਰਾਜ ਕਲਗੀਧਰ ਕਹਿਣ ਲੱਗੇ ਵੀ ਜਦੋਂ ਹੁਣ ਆਓਗੇ ਤੁਸੀਂ ਆਪਣੇ ਅੰਗਨ ਸ਼ਸਤਰ ਲਗਾਵਹੋ। ਤੇ ਬਿਨਾਂ ਸ਼ਸਤਰਾਂ ਤੋਂ ਨਹੀਂ ਆਉਣਾ, ਨਿਹੱਥੇ ਨਹੀਂ ਆਉਣਾ। ਆਪਣੇ ਸਰੀਰ ਦੇ ਉੱਤੇ ਸ਼ਸਤਰ ਸਜਾ ਕੇ ਆਇਓ। ਸਭ ਯੁਗ ਮਹਿਮਾ ਸ਼ਸਤਰ ਮਹਾਨ। ਮਹਾਰਾਜ ਕਹਿਣ ਲੱਗੇ ਹਰ ਯੁੱਗ ਵਿੱਚ ਸ਼ਸਤਰਾਂ ਦੀ ਮਹਿਮਾ ਰਹੀ ਹੈ। ਭਾਵੇਂ ਸਤਯੁਗ ਹੋਵੇ, ਭਾਵੇਂ ਦੁਆਪਰ ਹੋਵੇ, ਭਾਵੇਂ ਤ੍ਰੇਤਾ ਹੋਵੇ ਤੇ ਭਾਵੇਂ ਕਲਯੁਗ ਹੋਵੇ। ਹਾਂਜੀ, ਕਲ ਮੈਂ ਅਤਸ਼ੈ ਖੜਗ ਪ੍ਰਧਾਨ। ਵੇਖੋ ਤ੍ਰੇਤੇ ਵਿੱਚ ਰਾਮਚੰਦਰ ਜੀ ਨੇ ਤੀਰ ਨਹੀਂ ਚਲਾਏ ਸਾਧ ਸੰਗਤ ਜੀ। ਦੁਆਪਰ ਵਿੱਚ ਕ੍ਰਿਸ਼ਨ ਜੀ ਨੇ ਚੱਕਰ ਨਹੀਂ ਚਲਾਇਆ ਜੀ। ਸ਼ਸਤਰ ਤਾਂ ਉਦੋਂ ਵੀ ਸੀ। ਮਹਾਰਾਜ ਕਹਿਣ ਲੱਗੇ ਹੁਣ ਕਲਯੁਗ ਦਾ ਵੱਡਾ ਸ਼ਸਤਰ ਦੱਸੀਏ ਤੁਹਾਨੂੰ, ਸਿੱਖੋ। ਆਖੋ ਵਾਹਿਗੁਰੂ। ਕਲਯੁਗ ਦਾ ਸਭ ਤੋਂ ਵੱਡਾ ਸ਼ਸਤਰ ਕਿਹੜਾ? ਕਲ ਮੈਂ ਅਤਸ਼ੈ ਖੜਗ ਪ੍ਰਧਾਨ। ਕਲਯੁਗ ਦੇ ਵਿੱਚ ਸ਼ਸਤਰਾਂ ਦਾ ਪ੍ਰਧਾਨ ਸ਼ਸਤਰ ਜਿਹੜਾ ਹੈ ਨਾ, ਉਹ ਤਲਵਾਰ ਹੈ। ਕਹਿਣ ਲੱਗੇ ਖੜਗ ਹੈ। ਹੁਣ ਅਸੀਂ ਇੱਥੇ ਗੁਲਦਸਤੇ ਵੀ ਹੈ, ਚੱਕਰ ਵੀ ਹੈ, ਤੀਰ ਵੀ ਹੈ, ਖੰਡੇ ਵੀ ਹੈ, ਪਰ ਜਿੰਨਾ ਚਿਰ ਤੱਕ ਮਹਾਰਾਜ ਅੱਗੇ ਸ੍ਰੀ ਸਾਹਿਬ ਨਾ ਪਈ ਹੋਵੇ, ਉਹਨਾਂ ਚਿਰ ਤੱਕ ਸ਼ਸਤਰ ਸੰਪੂਰਨ ਨਹੀਂ ਮੰਨੇ ਜਾਂਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਧ ਸੰਗਤ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤਲਵਾਰ ਪਈ ਹੈ। ਸ਼ਸਤਰ ਜ਼ਰੂਰੀ ਹੈ। ਸ਼ਸਤਰਾਂ ਤੋਂ ਬਗੈਰ ਸ਼ਾਂਤੀ ਨਹੀਂ ਰਹਿੰਦੀ। ਮਹਾਰਾਜ ਕਹਿਣ ਲੱਗੇ ਖੜਗ ਜ਼ਰੂਰੀ ਹੈ, ਤਲਵਾਰ ਜ਼ਰੂਰੀ ਹੈ। ਪਿਖੈ ਪ੍ਰਤਾਪ ਦਬਕ ਰਿਪ ਜਾਵੇ। ਮਹਾਰਾਜ ਕਹਿਣ ਲੱਗੇ ਜਦੋਂ ਸ਼ਸਤਰ ਹੋਏਗਾ ਨਾ, ਗਾਤਰੇ, ਤਲਵਾਰ ਹੋਏਗੀ ਤੁਹਾਡੇ ਗਾਤਰੇ ਵੱਡੀ, ਤੇ ਤੁਹਾਡਾ ਪ੍ਰਤਾਪ ਬਣ ਜਾਏਗਾ। ਵੈਰੀ ਮਹਾਰਾਜ ਕਹਿਣ ਲੱਗੇ ਡਰ ਜਾਏਗਾ। ਮਿੱਤਰ ਸ਼ਤਰੂ ਸਭ ਮਿਲ ਹਰਖਾਵੇ। ਮਿੱਤਰ ਸ਼ਤਰ ਸਭ ਮਿਲ ਹਰਖਾਵੇ। ਸਤਿਗੁਰੂ ਕਹਿਣ ਲੱਗੇ ਸ਼ਸਤਰ ਹੋਏਗਾ ਨਾ ਤੇ ਸ਼ਤਰੂ ਵੀ ਆ ਕੇ ਮਿਲੇਗਾ। ਕਹਿਣ ਲੱਗੇ ਜੇ ਹਥਿਆਰ ਹੋਏਗਾ ਕੋਲ। ਹਾਂਜੀ, ਨਿਤ ਪ੍ਰਤ ਸ਼ਸਤਰ ਕਰੋ ਅਭਿਆਸ। ਤੇ ਨਾਲ ਮਹਾਰਾਜ ਕਹਿਣ ਲੱਗੇ ਨਾ ਹੋਵੇ ਤਲਵਾਰ ਤੇ 3 ਫੁੱਟੀ ਪਾਈ ਹੋਵੇ ਤੇ ਚਲਾਉਣੀ ਆਉਂਦੀ ਨਾ ਹੋਵੇ, ਚਲਾਉਣੀ ਵੀ ਸਿੱਖਣੀ ਹੈ। ਸ਼ਸਤਰ ਵਿਦਿਆ ਦਾ ਅਭਿਆਸ ਵੀ ਸਿੱਖਣਾ। ਸਾਧ ਸੰਗਤ, ਬਾਬਾ ਬਿਧੀ ਚੰਦ ਜੀ ਦੀ ਕੁੱਲ ਵਿੱਚ, ਬਾਬਾ ਅਵਤਾਰ ਸਿੰਘ ਜੀ ਦੇ ਕੋਲ, ਉਹਨਾਂ ਦੇ ਖਾਨਦਾਨ ਵਿੱਚ ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਖੜਗ ਹੈਗੀ। ਖੜਗ ਜਾ ਕੇ ਕਿਤੇ ਦਰਸ਼ਨ ਕਰ ਲਿਓ। ਇੰਨਾ ਚੌੜਾ ਫਲ ਹੈ ਉਸ ਖੜਗ ਦਾ, ਇੰਨਾ ਚੌੜਾ ਫਲ ਜੀ। ਕਿੱਡੀ ਵੱਡੀ ਖੜਗ ਹੈ ਸਾਧ ਸੰਗਤ ਜੀ। ਉਹਦੇ ਨਾਲ ਸਤਿਗੁਰਾਂ ਨੇ ਮੁਗਲਸ ਖਾਨ ਨੂੰ ਵੱਢਿਆ ਸੀਗਾ, ਜਿਹੜਾ ਫਿਰ ਅੰਮ੍ਰਿਤਸਰ ਜੰਗ ਕਰਨ ਆਇਆ ਸੀਗਾ। ਜੇ ਸ਼ਸਤਰ ਨਾ ਹੁੰਦੇ ਤੇ ਤੁਰਕਾਂ ਨੇ ਅੰਮ੍ਰਿਤਸਰ ਕਦੋਂ ਦਾ ਘੇਰ ਕੇ ਜਿੱਤਿਆ ਹੋਣਾ ਸੀਗਾ ਜੀ। ਮਹਾਰਾਜ ਕਹਿਣ ਲੱਗੇ ਸ਼ਸਤਰਾਂ ਦਾ ਅਭਿਆਸ ਵੀ ਕਰਨਾ ਹੈ। ਦੋਨੋਂ ਲੋਕ ਦੇਤ ਸੁਖ ਰਾਸ। ਇਹ ਤਾਂ ਦੋਵਾਂ ਲੋਕਾਂ ਵਿੱਚ ਸ਼ਸਤਰ ਸੁਖ ਦਿੰਦਾ ਹੈ। ਸਮੁਖ ਮਰੇ ਤੇ ਸੁਰਗ ਸਿਧਾਵੇ। ਜੇ ਕੋਈ ਸ਼ਸਤਰ ਨਾਲ ਜੰਗ ਕਰਦਿਆਂ
ਸਾਹਮਣੇ ਲੜਦਿਆਂ ਸ਼ਹੀਦ ਹੋ ਜਾਵੇ, ਸਤਿਗੁਰੂ ਕਹਿੰਦੇ ਉਹ ਸੱਚਖੰਡ ਜਾਂਦਾ ਹੈ। ਸੁਖ ਕੋ ਅਨੇਕ ਪ੍ਰਕਾਰ ਬਿਹਾਵੈ, ਉਹਨੂੰ ਬੜੇ ਸੁੱਖ ਮਿਲਦੇ ਨੇ, ਕਿਉਂਕਿ ਉਹ ਜੰਗ ਕਰਦਾ ਸ਼ਹੀਦ ਹੋਇਆ ਹੈ। ਜੀਵਤ ਜੀਤੈ ਸ਼ਤਰੂ ਵਡੇਰੇ, ਤੇ ਜਿਹੜਾ ਜੀਂਦਿਆਂ ਜੀ ਵੈਰੀਆਂ ਨੂੰ ਮਾਰਦਾ ਹੈ ਤੇ ਜਿੱਤ ਪ੍ਰਾਪਤ ਕਰਦਾ ਹੈ। ਮਹਿ ਮਹਿ ਸੁਖ ਕੇ ਭੋਗ ਕਨੇਰੇ। ਮਹਾਰਾਜ ਕਹਿਣ ਲੱਗੇ ਫਿਰ ਧਰਤੀ ਤੇ ਉਹਦੀ ਵਡਿਆਈ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਹੁੰਦੀ ਵਡਿਆਈ। ਛੇਵੇਂ ਪਾਤਸ਼ਾਹ ਦੇ ਸ਼ਸਤਰਾਂ ਦੀ ਵੀ ਪੂਜਾ ਹੁੰਦੀ ਹੈ, 10ਵੇਂ ਪਾਤਸ਼ਾਹ ਦੇ ਸ਼ਸਤਰਾਂ ਦੀ ਵੀ ਪੂਜਾ ਹੁੰਦੀ ਹੈ। ਹਾਂਜੀ, ਸ਼ਸਤਰ ਮਹਾਤਮ ਮਹਾ ਮਹਾਨੋ, ਇਸ ਕਰਕੇ ਗੁਰਸਿੱਖੋ ਨਿਹੱਥੇ ਨਹੀਂ ਆਉਣਾ, ਸ਼ਸਤਰ ਲੈ ਕੇ ਆਇਆ ਕਰੋ। ਜਾਂ ਤੇ ਸ਼ਸਤਰ ਗਹਿਨ ਕੁਠਾਨੋ। ਮਹਾਰਾਜ ਕਹਿਣ ਲੱਗੇ ਇਸ ਕਰਕੇ ਤੁਸੀਂ ਤਾਂ ਇੰਨੀ ਦੂਰ ਆਉਂਦੇ ਹੋ ਤੇ ਖਾਲੀ ਹੱਥ ਕਿਉਂ ਆਉਂਦੇ ਹੋ? ਕਹਿੰਦੇ ਸ਼ਸਤਰ ਜ਼ਰੂਰ ਹੱਥ ਵਿੱਚ ਫੜ ਕੇ ਆਇਆ ਕਰੋ। ਸੁਣ ਕਰ ਸ੍ਰੀ ਸਤਿਗੁਰੂ ਉਪਦੇਸ਼, ਤੇ ਜਦੋਂ ਬਾਜਾਂ ਵਾਲੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਨਾ ਇਹ, ਹਾਂਜੀ, ਭਈ ਸੰਗਤਾਂ ਵਿਦਾ ਅਸ਼ੇਸ਼। ਤੇ ਸੰਗਤਾਂ ਖੁਸ਼ ਵੀ ਹੋਈਆਂ ਤੇ ਸੰਗਤਾਂ ਉੱਥੋਂ ਵਿਦਾ ਹੋਈਆਂ। ਮਨ ਵਿੱਚ ਭਾਵ ਰੱਖਿਆ ਵੀ ਆਉਂਦੇ ਸਾਲ ਖਾਲੀ ਹੱਥ ਨਹੀਂ ਆਉਣਾ, ਸ਼ਸਤਰ ਲੈ ਕੇ ਆਉਣਾ। ਹੁਣ ਤਾਂ ਸਾਧ ਸੰਗਤ ਖਾਲਸੇ ਦੀ ਮਨੋਦਸ਼ਾ ਪਤਾ ਨਹੀਂ ਕਿਹੋ ਜਿਹੀ ਹੋ ਗਈ ਹੈ। ਖਾਸ ਕਰਕੇ ਪੰਜਾਬ ਵਿੱਚ ਇੱਕ ਸਿੰਘ ਨੇ ਕਿਤੇ ਹੱਥ 'ਚ 2.5 ਫੁੱਟੀ 3 ਫੁੱਟੀ ਤਲਵਾਰ ਫੜ ਵੀ ਲਵੇ ਨਾ, ਦੂਜਾ ਮਜ਼ਾਕ ਕਰਨ ਲੱਗ ਪੈਂਦਾ। ਜੇ ਕੋਈ ਬੀਬੀ ਫੜ ਵੀ ਲਵੇ ਨਾ ਤਾਂ ਉਹਨੂੰ ਮਜ਼ਾਕ ਕਰਨ ਲੱਗ ਪੈਂਦੀਆਂ ਨਾਲ ਦੀਆਂ ਬੀਬੀਆਂ। ਇਹ ਤਾਂ ਆਤਮ ਰੱਖਿਆ ਲਈ ਹੈ। ਇਹਦਾ ਉਦੋਂ ਪਤਾ ਲੱਗਦਾ ਜਦੋਂ ਫਿਰ ਬੰਦਾ ਇਕੱਲਾ ਤੁਰਿਆ ਆਉਂਦਾ ਹੈ। ਹਾਂਜੀ, ਆਪਣੇ ਸਦਨ ਗਏ ਸੁਖ ਪਾਏ, ਉਹ ਫਿਰ ਆਪੋ ਆਪਣੇ ਘਰਾਂ ਵਿੱਚ ਗੁਰਸਿੱਖ ਗਏ ਹਨ। ਪੁਨ ਸੰਚੈ ਹਥਿਆਰ ਕਰਾਏ, ਤੇ ਸ਼ਸਤਰ ਇਕੱਠੇ ਕਰਨੇ ਸ਼ੁਰੂ ਕੀਤੇ। ਆਖੋ ਸ੍ਰੀ। ਭਾਵੇਂ ਆਪਣੇ ਘਰ 'ਚ ਹੀ ਰੱਖ ਲਿਓ, ਪਰ ਹਰ ਸਿੱਖ ਦੇ ਘਰ ਵਿੱਚ 3 ਫੁੱਟੀ ਕਿਰਪਾਨ ਜ਼ਰੂਰ ਹੋਣੀ ਚਾਹੀਦੀ ਹੈ। ਹਰ ਸਿੱਖ ਦੇ ਘਰ ਵਿੱਚ। ਗੁਰਸਿੱਖ ਕਹਿੰਦੇ ਪੁਨ ਸੰਚੈ ਹਥਿਆਰ ਕਰਾਏ। ਆਪੋ ਆਪਣੇ ਘਰ ਵਿੱਚ ਜਾ ਕੇ ਤੇ ਫਿਰ ਸ਼ਸਤਰ ਲੈ ਕੇ ਇਕੱਠੇ ਕਰਨੇ ਸ਼ੁਰੂ ਕੀਤੇ। ਕਿਤਕ ਮਾਸ ਕੇ ਬਿਤੇ ਪਿਸ਼ਾਰੀ, ਕੁਝ ਮਹੀਨੇ ਫਿਰ ਲੰਘ ਗਏ। ਗੁਰ ਦਰਸ਼ਨ ਕੀ ਅਸਤਿਆਰੀ। ਸੰਗਤਾਂ ਫਿਰ ਤਿਆਰੀ ਕੀਤੀ ਵੀ ਬਾਜਾਂ ਵਾਲੇ ਸਤਿਗੁਰਾਂ ਦੇ ਦਰਸ਼ਨ ਕਰੀਏ। ਨਿਜ ਨਿਜ ਅੰਗਨ ਸ਼ਸਤਰ ਲਗਾਏ, ਪਰ ਹੁਣ ਫਿਰ ਖਾਲੀ ਹੱਥ ਨਹੀਂ ਆਏ ਜੀ। ਆਪਣੇ ਆਪਣੇ ਗਾਤਰੇ ਵਿੱਚ ਵੱਡੀਆਂ ਤਲਵਾਰਾਂ ਸਜਾਈਆਂ। ਖੜਗ ਗਾਤਰੇ ਸਿਪਰ ਉਠਾਏ, ਕਹਿਣ ਲੱਗੇ ਖੜਗਾਂ ਤੇ ਮੋਢਿਆਂ ਤੇ ਢਾਲਾਂ ਸਜਾਈਆਂ ਨੇ। ਹਾਂਜੀ, ਕਿਨਹੂ ਤਰਕਸ਼ ਗਹੀ ਕਮਾਨ, ਕਿਸੇ ਨੇ ਤੀਰ ਕਮਾਨ ਉਹ ਧਾਰਨ ਕੀਤਾ। ਪੇਸ਼ਕ ਬਜ ਜਮਦਾੜ ਮਹਾਨ, ਪੇਸ਼ ਕਬਜ ਜਮਦਾੜ ਮਹਾਨ। ਪੇਸ਼ ਕਬਜ ਵੀ ਸ਼ਸਤਰ ਦਾ ਨਾਮ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਕੰਮਾਂ ਲਈ ਨਿਹੰਗਾਂ ਸਿੰਘਾਂ ਵਿੱਚ ਰਹਿਣਾ ਪੈਂਦਾ ਸਾਧ ਸੰਗਤ ਜੀ। ਉਹ ਫਿਰ ਦੱਸਦੇ ਵੀ ਜਮਦਾੜ ਕਿਹਨੂੰ ਕਹਿੰਦੇ ਆ ਤੇ ਪੇਸ਼ ਕਬਜ ਕਿਹਨੂੰ ਕਹਿੰਦੇ, ਕਟਾਰ ਨੂੰ। ਹਾਂਜੀ, ਸਮ ਸੈਨਾ ਕੇ ਸੰਗਤ ਹੋਈ, ਸਾਰੀ ਸੰਗਤ ਤਾਂ ਫਿਰ ਇਉਂ ਆਉਂਦੀ ਸੀ ਜਿਵੇਂ ਫੌਜ ਆਉਂਦੀ ਹੈ। ਹਾਂਜੀ, ਗਮਨੀ ਮਗ ਦੇਖਤ ਸਭ ਕੋਈ, ਤੇ ਜਦੋਂ ਫਿਰ ਸ਼ਸਤਰਧਾਰੀ ਸਿੱਖ ਰਸਤੇ ਵਿੱਚ ਆਉਂਦੇ ਨਾ, ਤੇ ਜਦੋਂ ਲੋਕ ਸੰਗਤਾਂ ਨੂੰ ਆਨੰਦਪੁਰ ਸਾਹਿਬ ਆਉਂਦਿਆਂ ਦੇਖਦੇ, ਹਿੰਦੂ ਤੁਰਕ ਅਲਪ ਜੇ ਹੀਰੇ, ਭਾਵੇਂ ਹਿੰਦੂ ਹੋਣ ਭਾਵੇਂ ਤੁਰਕ ਹੋਣ, ਤਰਾਸਤ ਹੋਏ ਸਕੇ ਨਹਿ ਨੀਰੇ। ਬਸ ਹੁਣ ਨਹੀਂ ਸੀ ਨੇੜੇ ਹੁੰਦੇ। ਉਹ ਬਸ ਕੁੱਤੇ ਵਾਲੀ ਗੱਲ, ਕੁੱਤੇ ਨੂੰ ਪਤਾ ਲੱਗ ਜੇ ਨਾ ਹੱਥ 'ਚ ਡਾਂਗ ਹੈ, ਤੁਸੀਂ ਵੇਖਿਓ ਉਹ ਨਹੀਂ ਭੌਂਕਦਾ। ਉਹਨੂੰ ਪਤਾ ਵੀ ਵਗਾਤੀ ਮੇਰੇ ਹੀ ਵੱਜਣੀ ਹੈ, ਫਿਰ ਨਹੀਂ ਇਹ ਬੋਲੇ। ਜਿਸ ਥਲ ਬ੍ਰਿੰਦ ਹਿੰਦੂ ਕਹਿ ਤੁਰਕਾ, ਹਾਂਜੀ, ਤਹ ਰਣ ਕਰੇ ਤਾਰ ਬਲ ਗੁਰ ਕਾ। ਤੇ ਫਿਰ ਜਿੱਥੇ ਕੋਈ ਮੂਰਖ ਪੈ ਵੀ ਜਾਂਦਾ ਨਾ, ਕੋਈ ਤੁਰਕ, ਤੇ ਗੁਰਸਿੱਖ ਇਕੱਠੇ ਹੋ ਕੇ ਫਿਰ ਲੋਹਾ ਖੜਕਾਉਂਦੇ ਜੀ। ਪਤਾ ਲੱਗਦਾ ਫਿਰ ਉਹਨਾਂ ਨੂੰ ਜੀ। ਵੇਖੋ
ਮਹਾਰਾਜ ਨੇ ਕਾਇਰ ਵੀ ਨਹੀਂ ਬਣਾਇਆ ਜੀ, ਵੀ ਐਵੇਂ ਨਿੱਕੀ ਨਿੱਕੀ ਗੱਲ ਤੇ ਡਰਦੇ ਰਹੀਏ। ਆਪਣੀ ਰੱਖਿਆ ਤੇ ਆਪ ਕਰ ਸਕੀਏ ਨਾ ਜੀ, ਆਪਣੀ ਰੱਖਿਆ ਤੇ ਆਪ ਕਰ ਸਕੀਏ। ਹਾਂਜੀ ਕੇਤਕ ਸਿੱਖ ਮਰੇ ਲਰ ਤਹਾਂ, ਹਾਂਜੀ ਹਿੰਦੂ ਤੁਰਕ ਹਥੇ ਨਰ ਜਹਾਂ। ਕੇਤਕ ਘਾਇਲ ਗ੍ਰਾਮਨ ਸ਼ੋਰੇ, ਬਚੇ ਸੋ ਆਏ ਸ਼੍ਰੀ ਗੁਰ ਔਰੇ। ਸੋ ਰਸਤੇ ਵਿੱਚ ਝੜਪਾਂ ਵੀ ਹੋਈਆਂ ਜੀ, ਝੜਪਾਂ ਵੀ ਹੋਈਆਂ। ਜਿਹੜੀ ਸੋਹਿਨੇ ਮੋਹਿਨੇ ਦੀ ਕਥਾ ਤੁਸੀਂ ਸੁਣਦੇ ਆ, ਉਹ ਜਿਹੜਾ ਸਿੱਖ ਕਹਿੰਦਾ ਸੀ ਇੰਜ ਨਹੀਂ ਤੇ ਦਰਸ਼ਨ ਦੇਣ ਲੱਗਾ, ਉਹ ਝੜਪ ਵਿੱਚ ਸ਼ਹੀਦ ਹੋਇਆ ਸੀਗਾ ਜੀ। ਸੋ ਰਸਤੇ ਵਿੱਚ ਝੜਪਾਂ ਹੁੰਦੀਆਂ ਨੇ। ਗੱਲ ਕੀ ਹੈ, ਸਮੇਂ ਦੀ ਹਕੂਮਤ ਨੂੰ ਇਸ ਗੱਲ ਦਾ ਗੁਰੂ ਕੇ ਸਿੱਖਾਂ ਨੇ ਪਤਾ ਦੱਸ ਦਿੱਤਾ ਵੀ ਹੁਣ ਅਸੀਂ ਤੁਹਾਡੇ ਧੱਕੇ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸੋ ਅੱਗੇ ਪ੍ਰਸੰਗ ਕੀ ਹੈ, ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਪਿਆਰ ਨਾਲ ਸਾਰੇ ਕਹੋ ਜੀ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਸ਼ਸਤਰਧਾਰੀ ਹੋਣ ਦਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ ਤੇ ਸ਼ਸਤਰਧਾਰੀ ਹੋਈਏ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਮਹਾਂਪੁਰਖ, ਕਾਨਪੁਰ ਮਹਾਂਪੁਰਖ ਇੱਕ ਸਿੰਘ ਦੇ ਘਰ ਜੱਥੇ ਸਮੇਤ ਗਏ। ਪ੍ਰਸ਼ਾਦਾ ਵਰਜਿਆ ਸੀ ਉਹਨੇ। ਮਹਾਂਪੁਰਖ ਕਹਿਣ ਲੱਗੇ, ਸਿੰਘਾ ਪ੍ਰਸ਼ਾਦਾ ਤਾਂ ਛਕਣਾ ਹੈ, ਪਹਿਲਾਂ ਇਹ ਦੱਸ ਵੀ ਕੋਈ ਸ਼ਸਤਰ ਹੈਗਾ? ਤੇ ਸ਼ਸਤਰ ਨਹੀਂ ਸੀ ਹੈਗਾ ਉਹਦੇ ਘਰ ਸਾਧ ਸੰਗਤ ਜੀ। ਹੋਰ ਫਰਿੱਜ ਪਈ, ਟੀਵੀ ਪਿਆ। ਮਹਾਂਪੁਰਖ ਕਹਿੰਦੇ ਕੋਈ ਤੇਰੇ ਤੇ ਆ ਕੇ ਹਮਲਾ ਕਰ ਦੇ ਤੇ ਫਰਿੱਜ ਚੁੱਕ ਕੇ ਸਿਰ 'ਚ ਮਾਰੇਗਾ ਉਹਦੇ। ਸ਼ਸਤਰ ਰੱਖ। ਉਹਨੇ ਫਿਰ ਸ਼ਸਤਰ ਰੱਖਿਆ। ਸਮੇਂ ਨਾਲ ਫਿਰ ਉਸ ਸ਼ਸਤਰ ਦਾ ਪ੍ਰਤਾਪ ਕਾਨਪੁਰ ਦੇ ਵਿੱਚ ਜਦੋਂ ਦੰਗੇ ਹੋਏ ਤਾਂ ਉਹਨਾਂ ਸ਼ਸਤਰਾਂ ਨੇ ਉਸ ਸਿੱਖ ਨੂੰ ਬਚਾਇਆ ਸੀਗਾ ਜੀ। ਸੋ ਮਹਾਰਾਜ ਸ਼ਸਤਰ ਰੱਖਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਆ। ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।